श्री वाहे गुरु जी सब तेरा कहो नानक सब तेरी बढ़िया कोई ना जान मेरा आनंद गुण निधान गुरु गरीब निवाज जियो सारी संगत जपो जी सतनाम श्री वाहे गुरु जी। दुनिया नालों सोना तख्त रचाया जिन्हें दुनिया नालों सोना तख्त रचाया जिथे बैठ पैनिया दो तलवारां दाते ने जिथे बैठ पैनिया दो तलवारां दाते ने धर्म सियासत दा है एक था मेल कराया धर्म सियासत दा है एक था मेल कराया सेवा सिमरन दी दे सिखिया सारी दुनिया नू
सेवा सिमरन दी दे सिखिया सारी दुनिया नू जीवन मुक्ति वाला सच्चा राह दर्शाया जीवन मुक्ति वाला सच्चा राह दर्शाया एक दिन मौज बैठे बोले छेवें पातशाह एक दिन मौज बैठे बोले छेवें पातशाह जावे कीर्तन दे नाल पीर रस भी गाया जावे कीर्तन दे नाल पीर रस भी गाया नथ मल ते अब्दुल जस सुनाया आके नथ मल ते अब्दुल जस सुनाया हरगोबिंद जी हो तुसी सिखान नबी नुहारी बख्शी हो रखिया मेरी दी हो करने बदले हो रखिया मेरी ते देश दी करने बदले सिखी पंथ नु पीरी दी तलवारी बख्शी हत्ती तख्ती अकाल दा कौम चढ़दी कला दी दाता बहार बख्शी हो जिना खतार कर देना पकड़ बैठी ते शक्ति हुनार बेशुमार बख्शी गज जथा है कह के ते बढ़ियाया एक गज जथा है कह के ते बढ़ियाया एक गज जथा है कह के ते बढ़ियाया वाहिगुरु 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 हे वाहिगुरु अगर जिंदगी दी है तो जीने का हुनर भी देना अगर पांव बख्शे हैं तो तौफीक के सफर भी देना मैं तो गूंगा था जे गुफ्तगू तूने सिखाई है अब बोलने लगा हूं बातों में असर भी देना दीन दुनिया दे मालक कोट खराडा ब्रह्मंडा दे पातशाह जुगो जुग अटल सतगुरु श्री गुरु ग्रंथ साहिब महाराज सच्चे पातशाह जी की पावन पवित्र गोद अंदर और सचखंड वासी बाबा साहिब दिता जी के इस पावन अस्थान उत्ते सालाना जोड़ मेले दियां हाजरियां भर रही सत्कारयोग साध संगत जीओ
ਬੜੀਆਂ ਵੱਡੀਆਂ ਭਾਗਾਂ ਵਾਲਿਓ ਜੋ ਸਾਹਿਬਾਂ ਦੇ ਚਰਨਾਂ ਵਿੱਚ ਸੱਜ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਔਰ ਪਲਾਂ ਨੂੰ ਸਫਲੇ ਬਣਾ ਰਹੇ ਹੋ। ਕੁਝ ਸਮੇਂ ਵਾਸਤੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਇਤਿਹਾਸ ਦੇ ਕਿਸੇ ਅਲੌਕਿਕ ਪੰਨੇ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਦਾਸਰਿਆਂ ਨੂੰ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਇਤਿਹਾਸ ਦੇ ਕਿਸੇ ਪੰਨੇ ਦੇ ਉੱਤੇ ਕੇਂਦਰਿਤ ਕਰਾਂ, ਸਮੁੱਚੀ ਸਾਧ ਸੰਗਤ ਦੇ ਕੋਲੋਂ ਪ੍ਰਵਾਨਗੀ ਲੋਚਦਾ ਹੈ ਤੁਹਾਡੇ ਤੋਂ ਪ੍ਰਵਾਨਗੀ ਲੈਣ ਵਾਸਤੇ। ਜੋ ਗੁਰਮਤਿ ਦਾ ਸਿਧਾਂਤ ਹੈ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਸ ਸਿਧਾਂਤ ਨੂੰ ਮੱਥਾ ਟੇਕਦੇ ਹੋਏ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਫਤਿਹ ਦੀ ਸਾਂਝ ਬਣਾਉਣੀ ਹੈ। ਇੱਕ ਵਾਰ ਆਪਾਂ ਫਤਿਹ ਦੀ ਸਾਂਝ ਪਾਵਾਂਗੇ, ਦੋ ਵਾਰੀ ਵਾਹਿਗੁਰੂ ਸ਼ਬਦ ਦਾ ਸਿਮਰਨ ਆਪਣੇ ਆਪ ਸਾਡੀ ਰਸਨਾ ਤੋਂ ਹੋ ਜਾਣਾ ਹੈ। ਵਾਹਿਗੁਰੂ ਸ਼ਬਦ ਦਾ ਸਿਮਰਨ ਕੀਤਿਆਂ ਮਨੁੱਖ ਦੇ ਤਨ ਅਤੇ ਮਨ ਦੇ ਦੁੱਖ ਦੂਰ ਹੋ ਜਾਂਦੇ ਹੈ। ਵਾਹਿਗੁਰੂ ਸ਼ਬਦ ਦਾ ਸਿਮਰਨ ਕੀਤਿਆਂ ਘਰਾਂ ਦੇ ਵਿੱਚ ਪ੍ਰੇਮ ਇਤਫਾਕ ਤੇ ਸ਼ਾਂਤੀ ਬਣੀ ਰਹਿੰਦੀ ਹੈ। ਵਾਹਿਗੁਰੂ ਸ਼ਬਦ ਦਾ ਸਿਮਰਨ ਕੀਤਿਆਂ ਮਨੁੱਖ ਦੇ ਲੋਕ ਅਤੇ ਪਰਲੋਕ ਸਫਲੇ ਹੋ ਜਾਂਦੇ ਹੈ। ਜਦੋਂ ਆਪਾਂ ਸਾਹਿਬਾਂ ਦੀ ਪਾਵਨ ਬਾਣੀ ਨੂੰ ਪੜਨ ਦਾ ਯਤਨ ਕਰੀਦਾ, ਪਾਤਸ਼ਾਹ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਕ ਜਗ੍ਹਾ ਪਾਤਸ਼ਾਹ ਕਹਿੰਦੇ ਨੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ। ਸਿਮਰਨ ਕਰਨ ਦੇ ਨਾਲ ਮਨੁੱਖ ਦੇ ਲੋਕ ਤੇ ਪਰਲੋਕ ਸੁਹੇਲੇ ਹੋ ਜਾਂਦੇ ਆ, ਸਫਲੇ ਹੋ ਜਾਂਦੇ ਆ। ਆਓ ਸਾਰੀ ਸੰਗਤ ਸਾਹਿਬਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਝੁਕਾਈਏ, ਸੀਸ ਜੋੜੀਏ, ਹੱਥ ਤੇ ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਰਦਾਸ ਕਰਦਾ, ਸੱਚੇ ਪਾਤਸ਼ਾਹ ਜੀ ਮਿਹਰ ਕਰਨ ਇਸ ਗੁਰਮਤਿ ਸਮਾਗਮ ਨੂੰ ਉਲੀਕਣ ਵਾਸਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪਣੀਆਂ ਤਨ ਕਰਕੇ ਮਨ ਕਰਕੇ ਤੇ ਧਨ ਕਰਕੇ ਸੇਵਾਵਾਂ ਔਰ ਭੇਟਾਵਾਂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕੀਤੀਆਂ, ਸਤਿਗੁਰੂ ਜੀ ਸਾਰਿਆਂ ਦੀਆਂ ਆਸਾਂ ਮੁਰਾਦਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ। ਇਹ ਅਰਦਾਸ ਕਰਨ ਤੋਂ ਬਾਅਦ ਵਿੱਚ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੋਰ ਕਰਨੀ ਚਾਹੁੰਦਾ, ਉਹਦੇ ਤੋਂ ਬਾਅਦ ਆਪਾਂ ਪ੍ਰਸੰਗ ਆਰੰਭ ਕਰਦੇ ਹਾਂ। ਸਤਿਕਾਰਯੋਗ ਸਰ ਸੰਗਤ, ਦਰ ਅਸਲ ਅਸੀਂ ਗੁਰੂ ਘਰ ਦੇ ਵਿੱਚ ਕਿਉਂ ਆਉਨੇ ਆ? ਗੁਰੂ ਘਰ ਆਉਣ ਦਾ ਸਾਡਾ ਮਕਸਦ ਕੀ ਹੈ? ਜੇ ਮੈਂ ਕਿਸੇ ਨੂੰ ਸਵਾਲ ਕਰ ਦੇਵਾਂ ਤਾਂ ਬਹੁਤਿਆਂ ਦਾ ਜਵਾਬ ਇਹੀ ਹੋਵੇਗਾ, ਅਸੀਂ ਤੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਸਤੇ ਆਉਨੇ ਆ। ਅਸੀਂ ਗੁਰੂ ਘਰ ਮੱਥਾ ਟੇਕਦੇ ਆਂ, ਪਰਿਕਰਮਾ ਕਰਦੇ ਆਂ, ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆਂ। ਮੁਬਾਰਕ ਹੈ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤਿਆਂ ਹੀ ਮਨੁੱਖ ਦੇ ਤਨ ਮਨ ਦੇ ਦੁੱਖ ਦੂਰ ਹੋ ਜਾਂਦੇ ਐ। ਪਰ ਪਿਆਰ ਵਾਲਿਓ, ਕੱਲਾ ਮੱਥਾ ਟੇਕਣਾ, ਗੁਰਦੁਆਰਾ ਸਾਹਿਬ ਨੂੰ ਕੇਵਲ ਇੱਕ ਪੂਜਾ ਅਸਥਾਨ ਤੱਕ ਸੀਮਿਤ ਕਰ ਲੈਣਾ, ਐਡਾ ਇੱਥੇ ਗੱਲ ਖਤਮ ਨਹੀਂ ਹੋ ਜਾਂਦੀ ਬਈ ਆਪਾਂ ਕੇਵਲ ਪੂਜਾ ਅਸਥਾਨ ਗੁਰੂ ਸਾਹਿਬ ਦੇ ਘਰ ਨੂੰ ਬਣਾ ਲਈਏ। ਕਿਉਂਕਿ ਗੁਰਦੁਆਰੇ ਆਪਾਂ ਕੀ ਕਰਨ ਆਉਣਾ ਹੈ? ਪਾਤਸ਼ਾਹ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਗੁਰਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਤੇ ਆਪਾਂ ਸੋਝੀ ਲੈਣ ਵਾਸਤੇ ਆਉਣਾ। ਕਿਹੜੀ ਸੋਝੀ? ਕਿ ਅਸੀਂ ਇਹ ਮਨੁੱਖਾ ਜਨਮ ਕਿਉਂ ਧਾਰਿਆ, ਇਸ ਮਨੁੱਖਾ ਜਨਮ ਸਾਨੂੰ ਧਾਰਨ ਦੀ ਲੋੜ ਕਿਉਂ ਪਈ, ਸਾਨੂੰ ਪਰਮੇਸ਼ਰ ਨੇ ਇਹ ਜਨਮ ਕਿਉਂ ਦਿੱਤਾ, ਇਸ ਜਨਮ ਦੇ ਵਿੱਚ ਆ ਕੇ ਅਸੀਂ ਕਿਹੜੇ ਕਿਹੜੇ ਕੰਮ ਕਰਨੇ ਨੇ ਤੇ ਕਿਹੜੇ ਕਿਹੜੇ ਨਹੀਂ ਕਰਨੇ, ਇਸ ਦੀ ਸੋਝੀ ਸਾਨੂੰ ਸਤਿਗੁਰ ਪਾਸੋਂ ਮਿਲਦੀ ਹੈ। ਉਹ ਤਾਂ ਮਿਲੇਗੀ ਜੇਕਰ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਆ ਤਿੰਨ ਸੱਸਿਆਂ ਨੂੰ ਕਮਾਵਾਂਗੇ। ਉਹ ਤਿੰਨ ਸੱਸੇ ਕਿਹੜੇ ਆ? ਪਹਿਲਾ ਸੱਸਾ ਹੈ ਜਦੋਂ ਆਪਾਂ ਗੁਰੂ ਦਰਬਾਰ ਦੇ ਵਿੱਚ ਆਉਨੇ ਆ ਨਾ ਪਿਆਰਿਓ, ਆ ਕੇ ਆਪਾਂ ਹਜੂਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਸੰਗਤ ਵਿੱਚ ਬੈਠਣਾ ਹੈ, ਤਾਂ ਗੁਰੂ ਕੀ ਬਾਣੀ ਦਾ ਹੋ ਰਿਹਾ ਪਾਠ ਜਾਂ ਗੁਰੂ ਕੀਆਂ ਕਥਾ ਕਹਾਣੀਆਂ ਆਪਣੇ ਕੰਨਾਂ ਦੇ ਨਾਲ ਸੁਣਨੀਆਂ। ਇਹ ਪਹਿਲਾ ਸੱਸਾ ਹੈ ਸੁਣਨਾ। ਹੁਣ ਸੁਣਨ ਤੋਂ ਬਾਅਦ ਵਿੱਚ ਦੂਜਾ ਸੱਸਾ ਹੈ ਸਮਝਣਾ। ਹੁਣ ਜਿਹੜਾ ਸੁਣਿਆ, ਜੋ ਗੁਰੂ ਕੀ ਬਾਣੀ ਸੁਣੀ ਹੈ ਉਹਨੂੰ ਸਮਝਣਾ, ਇਹ ਦੂਜਾ ਸੱਸਾ ਹੈ। ਤੇ ਤੀਜਾ ਸੱਸਾ ਹੈ ਜੋ ਸੁਣਿਆ, ਜੋ ਸਮਝਿਆ ਉਹਦੇ ਵਿੱਚ ਸਮਾ ਜਾਣਾ, ਭਾਵ ਕਿ ਆਪਣੇ ਜੀਵਨ ਦੇ ਵਿੱਚ ਉਹਨੂੰ ਲਾਗੂ ਕਰ ਲੈਣਾ। ਜੋ ਗੁਰੂ ਕੀ ਬਾਣੀ ਪੜ੍ਹੀ ਹੈ, ਸੁਣੀ ਹੈ ਜਾਂ ਜੋ ਸਮਝਿਆ ਗੁਰੂ ਕੀਆਂ ਕਥਾ ਕਹਾਣੀਆਂ ਆਪਣੇ ਜੀਵਨ ਦੇ ਵਿੱਚ ਉਸ ਨੂੰ ਲਾਗੂ ਕਰ ਲੈਣਾ। ਸਿੱਖ ਦਾ ਜੀਵਨ ਕੇਵਲ ਇੱਥੇ ਖਤਮ ਨਹੀਂ ਹੋ ਜਾਂਦਾ। ਆਪਾਂ ਸਵੇਰੇ ਨਿਤਨੇਮ ਕੀਤਾ, ਨਿਤਨੇਮ ਕਰਕੇ ਆਪਾਂ ਘਰ ਦੇ ਵਿੱਚ ਬੈਠ ਗਏ ਤੇ ਬਾਅਦ ਵਿੱਚ ਸਾਰਾ ਦਿਨ ਜੋ ਮਰਜ਼ੀ ਕਰੀ ਜਾਈਏ, ਐਸਾ ਨਹੀਂ ਹੈ ਪਿਆਰਿਓ। ਜੇ ਆਪਾਂ ਸਵੇਰੇ ਨਿਤਨੇਮ ਕਰਦੇ ਆਂ, ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਜੋ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਦਿੱਤਾ ਹੈ ਉਹ ਉਪਦੇਸ਼ ਸੁਣ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਵਸਾ ਕੇ, ਪਿਆਰ ਵਾਲਿਓ ਸਾਡੇ ਜੀਵਨ ਦੇ ਵਿੱਚ ਉਹ ਗੁਰੂ ਦਾ ਉਹ ਉਪਦੇਸ਼
ਸੰਦੇਸ਼ ਦਿਖਣਾ ਚਾਹੀਦਾ ਹੈ। ਸਾਡੇ ਜੀਵਨ ਦੇ ਵਿੱਚੋਂ ਨਿਤਨੇਮ ਦੀ ਝਲਕ ਪੈਣੀ ਚਾਹੀਦੀ। ਜੋ ਅਸੀਂ ਅੰਮ੍ਰਿਤ ਵੇਲੇ ਪੜਿਆ ਉਸ ਨੂੰ ਅਸੀਂ ਕਮਾ ਵੀ ਰਹੇ ਹਾਂ ਜਾਂ ਨਹੀਂ ਤੇ ਅੱਜ ਬਹੁਤਾ ਦੇਖਣ ਨੂੰ ਕੀ ਮਿਲਦਾ ਹੈ ਕਿ ਅਸੀਂ ਉੱਪਰੋਂ ਦੇਖਣ ਨੂੰ ਤਾਂ ਮੇਰੇ ਵਰਗੇ ਬੜੇ ਗੁਰਸਿੱਖ ਦਿਸਦੇ ਐ, ਪਰ ਪਿਆਰ ਵਾਲਿਓ ਸਿੱਖੀ ਸਾਡੇ ਨੇੜੇ ਤੇੜੇ ਵੀ ਨਹੀਂ ਹੁੰਦੀ। ਗੁਰੂ ਦਾਤਾ ਕਿਰਪਾ ਕਰੇ। ਜੇ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠੇ ਆ ਤਾਂ ਮੈਂ ਇਹ ਬੇਨਤੀ ਕਰ ਦੇਵਾਂ, ਕਿਉਂਕਿ ਸੰਗਤ ਦੇ ਵਿੱਚ ਆਵਾਜ਼ ਬੜੀ ਆ ਰਹੀ ਸੀ, ਮੈਂ ਤਾਂ ਕਰਕੇ ਇਹ ਬੇਨਤੀ ਕੀਤੀ ਆ ਵੀ ਇੱਥੇ ਗੱਲਾਂ ਕਰਕੇ ਆਪਣਾ ਸਮਾਂ ਜਿਹੜਾ ਉਹ ਵਿਅਰਥ ਨਾ ਜਾਣ ਦਿਓ। ਜੇ ਇੱਥੇ ਜੇ ਆਇਓ ਤੇ ਆ ਤਿੰਨ ਸੱਸਿਆਂ ਦੇ ਉੱਤੇ ਪਹਿਰਾ ਦਿਓ। ਪਹਿਲਾ ਹੈ ਸੁਣਨਾ, ਦੂਜਾ ਹੈ ਸਮਝਣਾ ਤੇ ਤੀਜਾ ਉਹਦੇ ਵਿੱਚ ਸਮਾਉਣਾ, ਭਾਵ ਕਿ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲੈਣਾ। ਇੱਕ ਵਾਰ ਸਾਰੀ ਸੰਗਤ ਇਕਾਗਰਤਾ ਬਣਾ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸਤਿਕਾਰਯੋਗ ਸਰ ਸੰਗਤ, ਮੈਂ ਜ਼ਿਕਰ ਕਰਨ ਲੱਗਿਆ ਆਪ ਸੰਗਤ ਦੀ ਸੇਵਾ ਦੇ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇੱਕ ਜੰਗ ਦਾ। ਸਤਿਕਾਰਯੋਗ ਸਰ ਸੰਗਤ 30 ਮਈ 1606 ਈਸਵੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਦੇ ਉੱਤੇ ਰਿੱਝ ਦੀਆਂ ਦੇਗਾਂ ਵਿੱਚ ਉਬਾਲੇ ਖਾ ਕੇ ਤਪਦੀਆਂ ਲੋਹਾਂ ਦੇ ਉੱਤੇ ਆਪਣਾ ਤਨ ਸੜਵਾ ਕੇ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲੱਖ ਦੇ ਜ਼ਿਕਰ, ਉਹਨਾਂ ਦੇ ਨੂਰੇ ਨਜ਼ਰ, ਉਹਨਾਂ ਦੇ ਸਾਹਿਬਜ਼ਾਦੇ ਸਾਹਿਬ ਹਰਗੋਬਿੰਦ ਸਾਹਿਬ ਜੀ 11 ਸਾਲਾਂ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬੈਠੇ ਤੇ ਬੈਠਿਆਂ ਸਾਰ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕਰਕੇ ਦੋ ਤੇਗਾਂ ਪਹਿਨੀਆਂ। ਇਹ ਦੋ ਤੇਗਾਂ ਨੂੰ ਮੀਰੀ ਤੇ ਪੀਰੀ ਦਾ ਨਾਮ ਦਿੱਤਾ, ਕਹਿਣ ਤੋਂ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਰਾਜ ਤੇ ਜੋਗ, ਜੋ ਕਿ ਪਹਿਲਾਂ ਸਾਰਾ ਕੁਝ ਅਲੱਗ ਸੀ, ਪਰ ਸਤਿਗੁਰ ਜੀ ਨੇ ਇਹ ਦੋ ਤਲਵਾਰਾਂ ਪਹਿਨ ਕੇ ਇਹ ਸਾਰਾ ਕੁਝ ਇਕੱਠਾ ਕਰ ਦਿੱਤਾ। ਇੰਜ ਕਹਿ ਲੋ ਵੀ ਸਤਿਗੁਰ ਜੀ ਨੇ ਅੱਗ ਤੇ ਪਾਣੀ ਦਾ ਸੁਮੇਲ ਕਰ ਦਿੱਤਾ। ਹੁਣ ਪਾਤਸ਼ਾਹ ਤਖਤ ਤੇ ਬੈਠੇ ਨੇ। ਪਿਆਰ ਵਾਲਿਓ ਹਜੂਰ ਸੱਚੇ ਪਾਤਸ਼ਾਹ ਨੇ ਪਹਿਨ ਕੇ ਦੋ ਤੇਗਾਂ ਸੰਗਤ ਦੇ ਵਿੱਚ ਇੱਕ ਐਲਾਨ ਕੀਤਾ ਕਿ ਇਹ ਸੰਗਤ ਜੀ, ਗੁਰੂ ਨਾਨਕ ਦੇ ਪਿਆਰ ਕਰਨ ਵਾਲੇ ਗੁਰਸਿੱਖੋ, ਜਿਹੜਾ ਅੱਜ ਤੋਂ ਬਾਅਦ ਸਾਡੀ ਖੁਸ਼ੀ ਲੈਣੀ ਚਾਹੁੰਦਾ ਹੈ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਆਪਣੇ ਦਸਵੰਧ ਦੀ ਮਾਇਆ ਦੇ ਨਾਲ ਕੀਮਤੀ ਵਧੀਆ ਨਸਲ ਦੇ ਘੋੜੇ ਲਿਆ ਕੇ ਭੇਟ ਕਰੋ। ਜਿਹੜਾ ਗੁਰੂ ਨਾਨਕ ਦੀ ਖੁਸ਼ੀ ਚਾਹੁੰਦਾ ਹੈ ਉਹ ਆਪਣੀ ਦਸਵੰਧ ਦੀ ਮਾਇਆ ਦੇ ਨਾਲ ਚੰਗੇ ਵਧੀਆ ਸ਼ਸਤਰ ਖਰੀਦ ਕੇ ਗੁਰੂ ਨਾਨਕ ਦੇ ਘਰ ਵਿੱਚ ਲਿਆ ਕੇ ਭੇਟ ਕਰੋ। ਔਰ ਨੌਜਵਾਨ ਆਪਣੀਆਂ ਜਵਾਨੀਆਂ ਆ ਕੇ ਭੇਟ ਕਰਨ ਮੈਨੂੰ ਲੋੜ ਪੈ ਗਈ ਹੈ ਹੁਣ ਸਿਰਾਂ ਦੀ। ਪਿਆਰ ਵਾਲਿਓ ਹਜੂਰ ਸੱਚੇ ਪਾਤਸ਼ਾਹ ਦੇ ਇਸ ਹੁਕਮ ਦੀ ਤਾਮੀਲ ਹੋਣੀ ਸ਼ੁਰੂ ਹੋ ਗਈ। ਗੁਰੂ ਕੇ ਸਿੱਖ ਜਿਹੜੇ ਅਮੀਰ ਸਨ ਉਹ ਆਪਣੀ ਦਸਵੰਧ ਦੀ ਮਾਇਆ ਦੇ ਨਾਲ ਚੰਗੇ ਵਧੀਆ ਅਰਬੀ ਨਸਲ ਦੇ ਘੋੜੇ ਖਰੀਦ ਕੇ ਗਰੀਬ ਨਵਾਜ ਦਾਤਾਰ ਪਿਤਾ ਜੀ ਦੇ ਚਰਨਾਂ ਵਿੱਚ ਭੇਟ ਕਰਨ ਲੱਗੇ। ਚੰਗੇ ਵਧੀਆ ਸ਼ਸਤਰ ਬਣਵਾ ਕੇ ਕਾਰੀਗਰਾਂ ਦੇ ਕੋਲੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਆਉਣ ਲੱਗੇ। ਤੇ ਪਿਆਰ ਵਾਲਿਓ ਕੁਝ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੇ ਸੀਸ ਤਲੀ ਤੇ ਧਰ ਕੇ ਆ ਗਏ। ਕੁਝ ਗੁਰਸਿੱਖ ਜਿਨ੍ਹਾਂ ਦੇ ਤਨ ਦੇ ਉੱਤੇ ਕੇਵਲ ਬਸਤਰ ਪਹਿਨੇ ਨੇ, ਘਰੋਂ ਕੋਈ ਬਹੁਤੇ ਤਕੜੇ ਨਹੀਂ, ਆ ਕੇ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸਾਡੇ ਕੋਲ ਕੁਝ ਹੋਰ ਦੇਣ ਵਾਸਤੇ ਨਹੀਂ, ਤੁਹਾਨੂੰ ਤੁਹਾਡੇ ਦਰਬਾਰ ਵਿੱਚ ਕੋਈ ਘੋੜੇ ਆ ਕੇ ਭੇਟ ਕਰਦਾ, ਕੋਈ ਸ਼ਸਤਰ ਲੈ ਕੇ ਆਉਂਦਾ ਹੈ, ਕੋਈ ਆ ਕੇ ਧਨ ਮਾਇਆ ਦਾਨ ਕਰਦਾ, ਭੇਟਾ ਚੜਾਉਂਦਾ ਹੈ। ਸਤਿਗੁਰ ਜੀ ਸਾਡੇ ਕੋਲ ਦੇਣ ਵਾਸਤੇ ਤੇ ਕੁਝ ਨਹੀਂ, ਪਰ ਪਾਤਸ਼ਾਹ ਆ ਜਿਹੜਾ ਸਰੀਰ ਹੈ ਨਾ, ਇਹ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਲੈ ਕੇ ਆਏ ਆ, ਜਿੱਥੇ ਮਰਜ਼ੀ ਪਰਖ ਲਿਓ, ਸੱਚੇ ਪਾਤਸ਼ਾਹ ਕਦੇ ਤੁਹਾਡੀ ਹੁਕਮ ਅਦੂਲੀ ਨਹੀਂ ਕਰਾਂਗੇ। ਹੁਣ ਸਿੱਖਾਂ ਨੇ ਜਿਸ ਵੇਲੇ ਆ ਕੇ ਕਿਹਾ, ਮਹਾਰਾਜ ਨੇ ਕਿਹਾ ਕਿ ਸਿੱਖੋ ਠੀਕ ਹੈ, ਜੇਕਰ ਤੁਸੀਂ ਆਪਣੇ ਸਿਰ ਲੈ ਕੇ ਆਏ ਹੋ ਤਾਂ ਤੁਹਾਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਨਵੀਂ ਸਿਰਜੀ ਜਾ ਰਹੀ ਫੌਜ ਦੇ ਵਿੱਚ ਭਰਤੀ ਕਰ ਲੈਨੇ ਆ, ਦੱਸੋ ਤਨਖਾਹ ਕੀ ਲਓਗੇ? ਸਿੱਖਾਂ ਨੇ ਹੱਥ ਬੰਨੇ ਕਹਿਣ ਲੱਗੇ, ਪਾਤਸ਼ਾਹ ਤਨਖਾਹ ਕੀ ਕਰਨੀ ਹੈ? 24 ਘੰਟੇ ਤੁਹਾਡੇ ਦਰਬਾਰ ਵਿੱਚ ਲੰਗਰ ਚੱਲਦਾ, ਉੱਥੋਂ ਪ੍ਰਸ਼ਾਦਾ 2 ਵਕਤ ਛਕ ਲਿਆ ਕਰਾਂਗੇ, ਨਾਲੇ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗੇ, ਨਾਲੇ ਗੁਰੂ ਦਾਤਾ ਜੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਕੇਵਲ ਸਾਲ ਦੇ ਵਿੱਚ 2 ਵਰਦੀਆਂ ਭਾਵ ਕੇ 6 ਮਹੀਨੇ ਬਾਅਦ 1 ਟਨ ਝਕਣ ਵਾਸਤੇ ਚੋਲਾ ਬਖਸ਼ਿਸ਼ ਕਰ ਦਿਆ ਕਰਿਓ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਹੁਣ ਪਿਆਰਿਓ ਇਸ ਤਰ੍ਹਾਂ ਸਿੱਖਾਂ ਦੀਆਂ ਲਾਈਨਾਂ ਲੱਗੀਆਂ ਮਹਾਰਾਜ ਦੇ ਚਰਨਾਂ ਦੇ ਵਿੱਚ, ਜੋ ਆਪਣਾ ਸੀਸ ਭੇਟਾ ਕਰਨਾ ਚਾਹੁੰਦੇ ਸਨ। ਹੁਣ ਗੁਰੂ ਸਾਹਿਬ ਜੀ ਨੇ ਸਮਾਂ ਆਪਣੇ ਚਾਲੇ ਚੱਲਦਾ ਗਿਆ। ਪਿਆਰ ਵਾਲਿਓ ਇਹਨਾਂ ਦੀਆਂ ਪਾਤਸ਼ਾਹ ਜੀ ਜੰਗੀ ਕਵਾਇਤਾਂ ਕਰਵਾਉਂਦੇ, ਇਹਨਾਂ ਦੀਆਂ ਜੰਗੀ ਟ੍ਰੇਨਿੰਗਾਂ ਕਰਵਾਉਂਦੇ ਐ। ਹੁਣ ਪਾਤਸ਼ਾਹ ਨੇ 1609 ਈਸਵੀ ਦੇ ਵਿੱਚ ਪਿਆਰ ਵਾਲਿਓ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਐਨ ਸਾਹਮਣੇ ਇੱਕ ਤਖਤ ਰਚਿਆ, ਜਿਸ ਦਾ ਨਾਮ ਪਾਤਸ਼ਾਹ ਨੇ ਰੱਖਿਆ ਅਕਾਲ ਤਖਤ। ਅਕਾਲ ਤਖਤ ਦੀ ਰਚਨਾ ਕਰਕੇ ਪਾਤਸ਼ਾਹ ਜੀ ਨੇ ਦਿੱਲੀ ਦੇ ਤਖਤ ਨੂੰ ਇੱਕ ਚੈਲੰਜ ਕਰ ਦਿੱਤਾ
ਉਹ ਦਿੱਲੀ ਦਾ ਤਖਤ ਜਿਸ ਦੀ ਉਚਾਈ ਜ਼ਮੀਨ ਤੋਂ ਲਗਭਗ 6-7 ਫੁੱਟ ਹੈ, ਉਸ ਦੇ ਮੁਕਾਬਲੇ ਪਾਤਸ਼ਾਹ ਨੇ ਇਹ 12 ਫੁੱਟ ਉੱਚਾ ਤਖਤ ਰਚ ਕੇ ਇਹਦਾ ਨਾਮ ਰੱਖਿਆ ਅਕਾਲ ਤਖਤ। ਪਿਆਰ ਵਾਲੇ, ਹੁਣ ਦਿੱਲੀ ਦਾ ਤਖਤ ਤੇ ਅਕਾਲ ਤਖਤ ਇਹਦੇ ਵਿੱਚ ਕੀ ਅੰਤਰ ਹੈ? ਇੱਕ ਮੈਂ ਘਟਨਾ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਦਾ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੇ ਬੜਾ ਵੱਡਮੁੱਲਾ ਸਾਹਿਤ ਜਿਹੜਾ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਇਆ, ਉਹ ਇੱਕ ਗੱਲ ਲਿਖਦੇ ਆ। ਕਹਿੰਦੇ ਮੈਂ ਦਿੱਲੀ ਦੀ ਧਰਤੀ ਦੇ ਉੱਤੇ ਗਿਆ, ਜਾ ਕੇ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਸੀਸਗੰਜ ਸਾਹਿਬ ਦੀ ਛੱਤ ਤੇ ਖਲੋਤਾ ਹੈ, ਕਿਉਂਕਿ ਆਪ ਜੀ ਜਾਣਦੇ ਹੋਵੋਗੇ ਕਿ ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਦੀ ਛੱਤ ਤੇ ਆਪਾਂ ਖਲੋਨੇ ਆ, ਉੱਥੋਂ ਪਿਆਰਿਓ ਲਾਲ ਕਿਲੇ ਦੇ ਦਿਖ ਜਾਂਦਾ ਹੈ, ਤੇ ਲਾਲ ਕਿਲੇ ਤੇ ਜਦੋਂ ਆਪਾਂ ਖਲੋਨੇ ਉੱਥੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ। ਹੁਣ ਭਾਈ ਵੀਰ ਸਿੰਘ ਜੀ ਕਹਿੰਦੇ ਮੈਂ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦੀ ਛੱਤ ਉੱਤੇ ਖਲੋ ਕੇ ਇੱਕ ਤਾਨਾ ਮਾਰਿਆ ਉਸ ਦਿੱਲੀ ਦੇ ਲਾਲ ਕਿਲੇ ਨੂੰ ਕਿ ਇਹ ਦਿੱਲੀ ਦੇ ਲਾਲ ਕਿਲਿਆ, ਉਹ ਤੇਰੀ ਵੀ ਕੋਈ ਅਣਖ ਹੈ ਓਏ, ਉਹ ਤੇਰੀ ਕਾਦੀ ਅਣਖ ਹੈ? ਤੂੰ ਤੇ ਜੇਤੂਆਂ ਦੇ ਪੈਰਾਂ ਵਿੱਚ ਢੇਰੀ ਹੋ ਜਾਣਾ ਹੈ। ਉਹ ਤੇਰੇ ਉੱਤੇ ਜੇ ਮੁਗਲਾਂ ਦਾ ਰਾਜ ਸੀ, ਉਹਨਾਂ ਨੇ ਆਪਣਾ ਝੰਡਾ ਚੜਾਈ ਰੱਖਿਆ। ਜੇ ਇੱਥੇ ਅੰਗਰੇਜ਼ਾਂ ਦਾ ਰਾਜ ਆਇਆ, ਉਹਨਾਂ ਨੇ ਆਪਣਾ ਯੂਨੀਅਨ ਜੈਕ ਝੰਡਾ ਤੇਰੇ ਤੇ ਚੜਾਈ ਰੱਖਿਆ। ਭਾਰਤ ਆਜ਼ਾਦ ਹੋਇਆ, ਆਜ਼ਾਦ ਭਾਰਤ ਦੌਰਾਨ ਇੱਥੇ ਹਿੰਦੂਆਂ ਦਾ ਰਾਜ ਆਇਆ, ਉਹਨਾਂ ਨੇ ਆਪਣਾ ਤਿਰੰਗਾ ਲਹਿਰਾ ਦਿੱਤਾ। ਉਹ ਤੇਰੀ ਕਾਦੀ ਅਣਖ ਹੈ? ਤੂੰ ਤੇ ਜੇਤੂਆਂ ਦੇ ਪੈਰਾਂ ਵਿੱਚ ਜਾ ਕੇ ਡਿੱਗ ਜਾਣਾ ਹੈ। ਓਏ ਆ ਕੇ ਦੇਖ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਉੱਤੇ 2 ਨਿਸ਼ਾਨ ਸਾਹਿਬ ਚਲਾਏ ਹੈ, ਤੇ ਦੋਨਾਂ ਦਾ ਰੰਗ ਜਿਹੜਾ ਪਾਤਸ਼ਾਹ ਨੇ ਕੇਸਰੀ ਰੱਖਿਆ, ਉਹ ਉਦੋਂ ਵੀ ਕੇਸਰੀ ਸੀ, ਅੱਜ ਵੀ ਕੇਸਰੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੇਸਰੀ ਰਹੇਗਾ। ਉਹ ਕੋਈ ਮਾਂ ਨੇ ਪੁੱਤ ਪੈਦਾ ਨਹੀਂ ਕੀਤਾ ਜਿਹੜਾ ਇਹਨੂੰ ਬਦਲਾ ਕੇ ਦਿਖਾ ਦੇਵੇ। ਬਸ ਪਿਆਰਿਓ, ਆਹੀ ਅੰਤਰ ਹੈ ਦਿੱਲੀ ਦੇ ਤਖਤ ਦੇ ਵਿੱਚ ਤੇ ਅਕਾਲ ਦੇ ਤਖਤ ਦੇ ਵਿੱਚ। ਹੁਣ ਸਾਹਿਬ ਜੀ ਅਕਾਲ ਤਖਤ ਦੇ ਉੱਤੇ ਬਿਰਾਜਮਾਨ ਹੋਏ ਨੇ। ਮੇਰੇ ਦਾਤਾ ਜੀ ਨੇ ਐਲਾਨ ਕੀਤਾ ਸੰਗਤ ਦੇ ਵਿੱਚ ਕਿ ਸੰਗਤ ਜੀ, ਅੱਜ ਤੋਂ ਬਾਅਦ ਵਿੱਚ ਅਸੀਂ ਦਿੱਲੀ ਦੇ ਫੈਸਲਿਆਂ ਵੱਲ ਨਹੀਂ ਦੇਖਾਂਗੇ। ਅੱਜ ਤੋਂ ਬਾਅਦ ਅਸੀਂ ਦਿੱਲੀ ਦੇ ਫੈਸਲੇ ਨਹੀਂ ਉਡੀਕਾਂਗੇ, ਕਿਉਂਕਿ ਦਿੱਲੀ ਦੇ ਤਖਤ ਦੇ ਉੱਤੇ ਜਿਹੜਾ ਵੀ ਬੈਠਦਾ ਹੈ ਹਾਕਮ, ਉਹਦੇ ਕੋਲੋਂ ਕਦੇ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ। ਅੱਜ ਵੀ ਦੇਖੀਏ ਪਿਆਰਿਓ, ਅੱਜ ਜਿਹੜਾ ਅਜੋਕਾ ਸਮਾਂ ਚੱਲ ਰਿਹਾ ਹੈ, ਕਿ ਅੱਜ ਸਾਨੂੰ ਦਿੱਲੀ ਦਾ ਹਾਕਮ ਇਨਸਾਫ ਦੇ ਰਿਹਾ ਹੈ? ਕਿੰਨਾ ਸਮਾਂ ਹੋ ਗਿਆ? ਲਗਭਗ ਸਾਲ ਦੇ ਕਰੀਬ ਸਮਾਂ ਹੋ ਚੁੱਕਾ ਸਾਡੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨਾਂ ਨੂੰ, ਸਾਡੀਆਂ ਭੈਣਾਂ ਨੂੰ ਉਸ ਦਿੱਲੀ ਦੀਆਂ ਸੜਕਾਂ ਦੇ ਉੱਤੇ ਬੈਠਿਆਂ ਹੋਇਆਂ। ਪਰ ਪਿਆਰ ਵਾਲਿਓ, ਕੀ ਉਹ ਹਾਕਮ ਸਾਡੀ ਗੱਲ ਸੁਣ ਰਿਹਾ? ਅੱਜ ਵੀ ਉਹੀ ਕੁਝ ਹੋ ਰਿਹਾ ਹੈ ਜਿਹੜਾ ਉਦੋਂ ਹਾਕਮ ਧੱਕਾ ਕਰ ਰਿਹਾ ਸੀ, ਇਸੇ ਤਰ੍ਹਾਂ ਅੱਜ ਵੀ ਹੋ ਰਿਹਾ ਹੈ। ਅੱਜ ਦੇਖੋ, ਬਾਹਰਲੇ ਮੁਲਕਾਂ ਦੀ ਗੱਲ ਕਰਕੇ ਦੇਖੋ, ਉੱਥੇ ਕੁੱਤਾ ਮਰੇ ਨਾ ਪਿਆਰੇ, ਉਹਦਾ ਵੀ ਉਹ ਲੋਕ ਅਫਸੋਸ ਕਰਦੇ ਆ। ਕੁੱਤਾ ਮਰ ਜਵੇ ਉਹਦਾ ਵੀ ਅਫਸੋਸ ਕਰਦੇ ਆ। ਪਰ ਸਾਡੇ 700 ਦੇ ਕਰੀਬ ਸ਼ਹਾਦਤਾਂ ਹੋ ਗਈਆਂ, ਆਪਣੀਆਂ ਜਾਨਾਂ ਜਿਹੜੇ ਕਿਸਾਨ ਵੀਰ ਨੇ ਦੇ ਗਏ, ਅਜੇ ਤੱਕ ਇਹਨਾਂ ਦੇ ਕਾਨਾਂ ਦੇ ਉੱਤੇ ਜੂੰ ਤੱਕ ਨਹੀਂ ਸਰਕੀ। ਇੱਥੇ ਆਪਾਂ ਕੀ ਕਵਾਂਗੇ? ਅੱਜ ਵੀ ਇਹ ਹਾਕਮ ਸਾਡੇ ਨਾਲ ਧੱਕਾ ਕਰ ਰਹੇ ਨੇ ਬਾਹਰਲੇ ਮੁਲਕਾਂ ਦੇ ਵਿੱਚ। ਜੇਕਰ ਕੁਝ ਸਾਲ ਪਹਿਲਾਂ ਦੀ ਆਪ ਜੀ ਨੇ ਨਿਊਜ਼ੀਲੈਂਡ ਦੀ ਖਬਰ ਸੁਣੀ ਹੋਵੇਗੀ ਕਿ ਉੱਥੋਂ ਦੇ ਇੱਕ ਕਿਸਾਨ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ। ਪਿਆਰ ਵਾਲੇ, ਉੱਥੋਂ ਦਾ ਜਿਹੜਾ ਖੇਤੀਬਾੜੀ ਮਿਨਿਸਟਰ ਸੀ ਉਹ ਅਸਤੀਫਾ ਦੇ ਗਿਆ ਕਿ ਮੈਂ ਇਹ ਜਿਹੜਾ ਪ੍ਰਬੰਧ ਹੈ ਚੰਗੇ ਤਰੀਕੇ ਨਾਲ ਨਹੀਂ ਚਲਾ ਸਕਿਆ, ਇਸ ਵਾਸਤੇ ਅਜਿਹਾ ਹੋਇਆ ਹੈ। ਪਰ ਅੱਜ ਦੇਖੀਏ ਕਿੰਨੀਆਂ ਪਿਆਰਿਓ ਸ਼ਹਾਦਤਾਂ ਹੋ ਗਈਆਂ। ਅੱਜ ਧੱਕੇ ਨਾਲ ਸਾਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਅਸੀਂ ਕਾਨੂੰਨ ਲੈ ਕੇ ਆਏ ਆ ਤੁਹਾਡੇ ਭਲੇ ਵਾਸਤੇ ਆ, ਤੇ ਪਰ ਅਸੀਂ ਕਹਿੰਦੇ ਆ ਕਿ ਅਸੀਂ ਉਹ ਹੱਕ ਜਿਹੜੇ ਕਾਨੂੰਨ ਲੈ ਕੇ ਆਏ ਹੋ ਅਸੀਂ ਉਹ ਲੈਣੇ ਕੋਈ ਨਹੀਂ। ਹੁਣ ਪਿਆਰਿਓ, ਉਹ ਕਹਿੰਦੇ ਧੱਕੇ ਨਾਲ ਥੋਪਣੇ ਆ। ਹੁਣ ਮੈਨੂੰ ਪਿਆਸ ਹੈ, ਮੈਂ ਪਾਣੀ ਆਪ ਲੈ ਕੇ ਪੀ ਸਕਦਾ, ਪਰ ਜੇ ਮੈਨੂੰ ਪਿਆਸ ਨਹੀਂ, ਤੁਸੀਂ ਕਹੋ ਵੀ ਧੱਕੇ ਨਾਲ ਪਾਣੀ ਪੀ ਲੈ, ਅਸੀਂ ਤੈਨੂੰ ਧੱਕੇ ਨਾਲ ਪਿਲਾਉਣਾ ਹੈ। ਜੇ ਆਪਣੇ ਕੋਲ ਉਹਦੇ ਵਾਸਤੇ ਸਮਰੱਥਾ ਹੀ ਨਹੀਂ ਹੈ ਤੇ ਆਪਾਂ ਕਿਵੇਂ ਪੀ ਲਵਾਂਗੇ? ਬਸ ਇਹੀ ਕੁਝ ਸਾਡੇ ਨਾਲ ਹੋ ਰਿਹਾ ਹੈ। ਅੱਜ ਸਾਡੇ ਦੇਸ਼ ਦੇ ਹਾਕਮ ਜਦੋਂ ਧੱਕਾ ਕਰਦੇ ਨੇ ਨਾ, ਫਿਰ ਆਪਣੇ ਆਪ ਦਿਲੋਂ ਇੱਕ ਹੂਕ ਨਿਕਲਦੀ ਹੈ। ਉਹ ਕਿਹੜੀ? ਉਹ ਪਿਆਰ ਵਾਲਿਓ, ਡਾਕਟਰ ਮੁਹੰਮਦ ਇਕਬਾਲ, ਉਹਨੇ ਕਿਸੇ ਵੇਲੇ ਇੱਕ ਨਗਮਾ ਲਿਖਿਆ ਸੀ। ਉਹ ਨਗਮਾ ਕੀ ਸੀ? ਸਾਰੇ ਜहां से अच्छा हिंदुस्तान हमारा, हम बुलबुले हैं इनकी, जे हिंद
गुलिस्तान हमारा। हुण उन्हें नगमा लिखिया प्यार वालिओ बड़ा प्रफुल्लित होया, पर उहदे नाल भी इस देश दे विच बाद विच जदों धक्का होया, जदों उन्हें इथों दी राजनीति नूं देखिया, फिर वो कह उठिया मुद्दतें गुजरी है रंजो गम सहते हुए, अब शर्म सी आती है इस वतन को वतन कहते हुए। खैर दाता कृपा करे, एक बारी सारी संगत गज के आखो सतनाम श्री वाहिगुरू। आओ कर्मा वालिओ, हुण छेवें पातशाह अकाल तख्त ते बैठे ने। पातशाह कहंदे ने सिखो आपां अज तो बाद दिल्ली दे तख्त वल नहीं देखना, उथों दे फैसले नहीं उडीकने जिथों कदे किसे नूं इंसाफ नहीं मिलिया। अज असीं इत्थे इंसाफ करांगे, ये अकाल दा तख्त है, इत्थे असीं अपने फैसले आप लवांगे जो निरंकार हुक्म करेगा। लओ जी गुरु साहिब दे इस जोशीले बोलां नूं सुन के एक बार नौजवानां दे डोले फरकने शुरू हो गए। बहुत सारे होर गुरसिख आके अपने शीश गुरु चरनां विच भेंट करन वास्ते हाਜ਼ਰ होण लगे ने। प्यार वाले हुण सच्चे पातशाह कहंदे ने सिखो अजे गल मुक्की नहीं। भाई बिधि चंद नूं एक दिन पातशाह ने आखिया कि जिथे गुरबाणी दा कीर्तन हुंदा है शांत रस दे विच, उत्थे हुण इत्थे सिख स्टेजां दे उत्ते वीर रस गाउण वास्ते ढाਡੀਆਂ नूं भी लिआंदा जावे। प्यार वालिओ भाई बिधि चंद जी अपने नगर सुर सिंह गए, उथों दे दो ढाडी बाबा नथमल जी और बाबा अब्दुल खैर जी, ये सिख कौम दे पहले ढाडी है जिन्हां नूं बाबा बिधि चंद जी लैके आए अकाल तख्त साहिब ते गुरु हरगोबिंद सिंह महाराज दे चरनां दे विच। प्यार वाले इन्हां नूं पातशाह ने आखिया कि ढाडीओ आओ ऐसियां बारां गाओ जिन्हां दे नाल कौम दे विच जोश भरे, जेड़े मुर्दा दिल हो चुके ने उन्हां दा खून खोले ते ओ तेगां लैके जुल्म दे विरुद्ध टक्कर लैण वास्ते तैयार हो जाण। आए ढाडी गुरु दरबार दे विच। प्यार वाले उन्हां ने गुरु दरबार दा नक्शा अपनी अखां दे नाल खिच्चिया, फिर उन्हां ने एक वार पढ़ी है, कहण लगे सच्चा तख्त सुहायो श्री गुर पाए के, शब बरनी ना जाए कहूं क्या गाए के, रब सस भये मलीन सो दर्श दिखाए के, श्री गुर तख्त बराजे प्रभु ध्याए के, मीर नत्था और अब्दुल जस कहे बनाए के। हुण पहली बार गुरु हरगोबिंद साहिब महाराज दी शोभा दे विच गाई है। हुण सच्चे पातशाह कहण लगे ढाडीओ अजे गल बनी नहीं, ओए अजे नाड़ां दे विच जिहड़ा जम्मिया लहू है वो अजे खोलिया नहीं। कोई ऐसी बार पढ़ो जिहदे बोलां दे विचों नौजवानां दे सीनियां दे विच तीर दी तरह वजण, उन्हां दी सुੱਤੀ होई अणख नूं जगा जाण। तुहाडे गज दे जेड़े घुंगरू ने ओ नौजवानां नूं ललकारन, तुहाडी ढੱਡ दी थप जुल्म विरुद्ध लड़न लई नौजवानां दे विच वंगार पैदा करे। लो प्यार वालिओ ये गल सुन के हुण बाबा नत्था ते अब्दुल खैर आ गए ने जोश दे विच। आके जोश दे विच उन्हां ने एक वार पढ़ी, कहण लगे दो तलवारी बद्धियां, एक मीर दी एक पीर दी, एक अजमत दी एक राज दी, एक राखी करे वजीर दी, हिम्मत बाहां कोट गढ़ दलवाजा बलख बखीर दी, नाल सिपाही नील नल मार दुष्टा करे तकीर दी, पग तेरी जहांगीर दी। लाओ जी ढाडी जिवें आके जोश दे विच पहली वार पढ़दे आ, ओ सेम टू सेम ओही हुबहू वार जेड़ी है जो बाबा नत्था ते अब्दुल जी ने पढ़ी सी, ओ ढाडी सिंह इउं पे
दी एक राजी दी एक राज दी एक राखी करे वजीर दी हिम्मत बाहा कोड खड़े सिपाही नील नल सिपाही नील नल मार दुष्टा करे तगीर दी पग तेरी की जहांगीर दी पग तेरी की जहांगीर दी हो हर गोबिंद तू हिंद दी जिंद बन के दुखी दिलां दे दर्द वंडा दिते मेरी पीरी सजा के दो देगा थर थर हथियारे कंबा दिते थां पानी दी पिता दा खून पा के सुके धर्म दे फुल खड़ा दिते ओ आछण ला के तख्त अकाल उत्ते धक्के शाही दे तख्त हला दिते ढाडियां ने जदों ए पढ़ी ना जशीली बार सच्चे पातशाह कहण लगे हां हुण बणी है गल प्यार वालिओ पातशाह ने उन्हां नूं उस वक्त अपने कोलों सोने दीयां ढड्डां दे के उन्हां दा मान सत्कार कीता ते उस दिन तो ऐलान कीता कि अज तो बाद विच सिख स्टेजां दे उत्ते ढाडी इसे तरह मर्दां दीयां वारा गाया करनगे इसे तरह जुझारूआं दा जिहड़ा जस है वो करिया करनगे उस वेले तो ढाडी परंपरा जिहड़ी है वो सिख स्टेजां दे उत्ते प्रारंभ हुई है हुण प्यार वालिओ जे आपां इह भी गल कह लईए कि अज पंजाब दी धरती दे उत्ते जिन्ना क इतिहास सानू याद है ना गुरु साहिब जी दा जां सिख योद्धियां दा जेकर वो याद करवाउणा किसी ने कीता है तां ओह ढाडियां ते गुरु के कवीशरां ने कीता है नहीं ते साडी सुमत इथों तक है असी आप किताब लैके पढ़नी नहीं चाहते आप इतिहास पढ़ना नहीं चाहते ये साडी प्यार वाले त्रासदी है जिन्ना के इतिहास पंजाब की धरती ते सिखां नूं याद है ना उस सिखां ने आप पढ़िया नहीं ये ढाडियां ने सुनाया है ते प्यार वाले अज साडी हालत इथों तक है घरां दे विच सजावट वास्ते असी लाखां रुपया खर्च कर दिंने हैं होर कोई घर दे विच प्रोग्राम होवे ओदे उत्ते लाखां रुपये खर्च कर दिंने हैं पर जदों किते गल आवे कि घर दे विच लिया के पोथी गुरबाणी दी आपां सहज पाठ आरंभ कर दईए तां उत्ते असीं मिहनत दिंने आ कमेटियां नूं कि कमेटियां साडीआं कुछ करदियां नहीं साडीआं कमेटियां नूं पोथी देनी चाहीदी है हुण प्यारिओ देखो जदों घर दे विच प्रोग्राम कोई हुंदा है उत्थे शराब आउंदी है मास बनदा है उत्थे किहड़ा कमेटियां खर्चा दे के जांदियां उत्थे भी अपने कोलों करदे हैं ना जेकर पोथी लैके आपां घर दे विच लियावांगे गुरबाणी पढ़ांगे इतिहास पढ़ांगे उहदे नाल साडा जीवन भी सफल होवेगा साडे बच्चे भी सानू देखणगे कि साडे घर दे साडे माता पिता ये की पढ़दे ने की सुणदे है असीं भी ये गुरबाणी पढ़ीए इतिहास दी किताब पढ़ीए ते उहनां दा जीवन भी अपने आप बन जावेगा जेड़ा असीं अज दुहाई दिंदे हैं ना कि साडे बच्चे साडे कहणे कार विच नहीं है साडे बच्चे नशियां दे विच पै गए जां विकारां दे विच पै के साडी मिट्टी पलीत कर रहे हैं प्यार वाले फिर सानू ऐसा कहण दी लोड़ ना पवे अज जेड़े सियाणे बजुर्ग पढ़दे हैं उन्हां दी पोथी घर दे विच पई हुंदी है किते बजुर्ग चढ़ाई कर जावे ओदियां छापां छल्ले जेड़ा सोना हुंदा है ओ ते संभाल लैंदे ने ला के ते पोथी जेड़ी है गुरु घर दे विच दे आउंदे है बई भाई साहब इहनूं तुसीं पढ़ लिओ असीं पढ़ के की करना है
गुरु दाता समत बख्शिश करे। आओ प्यारे हुण गुरु हरगोबिंद साहब महाराज सच्चे पातशाह दीयां ये गतिविधियां देख के एक बार मुगलिया सल्तनत पैरां तो लैके सिर तक हिल गई। उन्होंने फिर सतगुरु जी दे वारंट इशू कीते। जहांगीर दी कैद दे विच ग्वालियर दे किले अंदर पातशाह कैद रहे ने। प्यार वाले उतों जहांगीर महाराज दे चरणां दे विच झुकिया। महाराज सच्चे पातशाह फिर कल्ले आप रिहा नहीं होए। सतगुरु दाता जी दे नाल 52 धर दे जिहड़े राजे सन उन्हां नूं गुरु साहब जी ने रिहा करवाया ते इस दे नाल 1000 होर लोकां दी गिणती इतिहासकार लिखदे आ जिहड़े गुरु हरगोबिंद साहब महाराज रिहा करवा के लिआए। हुण पातशाह वापस सचखंड श्री हरमंदर साहब आए ने। बादशाह जहांगीर भी महाराज दे नाल आया सी। वो अगे कश्मीर नूं चल गया। जिधरों वापस मुड़दियां रस्ते विच ओदी मौत हो गई। ओदे तो बाद विच ओदा पुत्र शाहजहान भारत दे तख्त उत्ते बादशाह बन के बैठा है। उन्हें प्यार वालिओ जेड़ियां ढल्लां इस जहांगीर ने अपनी अंतली उम्र दे विच दित्तियां सन वो सारियां फिर सख्ती कर दित्ती है। हुण शाहजहान उन्हें प्यार वाले जेड़ा मंदिरां नूं अगे टैक्स माफ सी वो टैक्स फिर लगा दिता। नवे मंदिर उसने उसरने बंद कर दिते और पुराने मंदिर बहुत सारे उसके हुक्मां दे नाल ढा दिते गए। इहदे विचों लाहौर साहिब दी धरती दे उत्ते धन गुरु रामदास महाराज जी दे आगमन स्थान उत्ते बनया होया गुरुद्वारा बौली साहिब वाला स्थान जिहड़ा है वो भी प्यार वाले इन्हां जालमां ने ढा दिता। हुण सिख हर वेले ऐसे मौके दी भाल दे विच ने कि जेड़ा जालमा ने साडे इस गुरु अस्थान दे उत्ते धक्का कीता है ए तां असीं बदला लईए। इन्हां नूं 21 दे 51 करके मोड़ीए। लो प्यारे हुण ओ समा जेड़ा ओ भी बड़ा नजदीक आ गया। हुण अप्रैल महीना ते 1629 ईस्वी है। सचखंड श्री दरबार साहिब संगतां विसाखी दे मेले उत्ते बहुत वड्डी गिणती विच जुड़ियां ने। उधर प्यार वालिओ गुरु साहब जी अपने नाल कुछ गुरसिखां नूं लैके इत्ते गमटाले दी जूह दे विच शिकार खेडण वास्ते चले गए ने। पातशाह घोड़े दे उत्ते सवार है। सीस उत्ते पातशाह दे दोहरा दमाला सजिया होया चक्कर चढ़े हुए ने। उत्ते झिलमिल करदी हीरियां जड़ी कलगी जड़ी हुई है। पातशाह दे मोढे दे उत्ते एक मोढे ते तीरां दा भरिया पत्था दूजे मोढे ते कमान शोभ रही है। पातशाह दे दोनां गातरियां दे विच मीरी ते पीरी दीयां दोहें तेगां प्यार वालिओ शोभा पा रहीआं ने। हुण सच्चे पातशाह दे नाल भाई बिधी चंद वर्गे पैंदे खां पठान वर्गे इस दे नाल भाई अनंते तलोके वर्गे गुरु के सिख ने शिकार खेडण वास्ते हत्थां दे विच हथियार फड़ के जा रहे हैं। हुण पातशाह तुरियां जांदियां गुमटाले दी जूह दे विच पहुंचे है। गुमटाले दी जूह जेड़ी कि मुगल सल्तनत दे वल्लों एक प्यार वाले राखमी शिकार का वास्ते नियुक्त की जगह सी। इहदे बाहर फारसी दे विच एक फट्टा लेके लग्या हुआ है कि इत्थे गैर मुसलमानां दी जेड़ी आमद है उस उत्ते मनाही। इत्थे कोई गैर मुसलमान दाखिल नहीं हो सकता। शिकार खेडना ते दूर दी गल है। हुण प्यारो इधरों पातशाह जा रहे ने। उधर बादशाह शाहजहां उन्हीं दिनी लाहौर आया हुआ है। वो लाहौरों अपने नाल कुछ कर्मचारियों नूं लैके अपने कुछ मीर शिकारियों नूं लैके शिकार खेडण वास्ते गमटाले दी जूह विच आया है। इस नूं ईरान दे बादशाह ने एक चिट्टा बाज भेंट कीता सी। वो चिट्टा बाज इसने आकाश विच उड़ाया है। प्यार वाले आकाश विच उड़ रिहा बाज अपने शिकार दी भाल दे विच ते प्यारे ओदे निगाह दे विच एक सुरखाब नाम दा पंछी पै जांदा है। वो सुरखाब नाम दा पंछी बड़ा कोमल ते बड़ा महंगा पंछी है। प्यार वालिओ गूगल तो किते सर्च करके देखियो ओदा अज दे दिन दे विच जेड़ी कीमत है लगभग 25 लाख रुपया है भारत दी करंसी दा। एडा कोमल पंछी है। हुण बादशाह शाहजहान दा छड्डिया होया बाज उस सुरखाब नाम दे पंछी नूं तड़फा रिहा है। ओनू मार के ओदा शिकार करके ओनू खाण दा यतन नहीं कर रिहा। प्यार वाले ओनू अपने पंजियां दे विच लैके उतां उड़दा है। फिर ओनू थोड़ा जख्मी करदा है फिर छड्ड दिंदा है ते फिर उस नूं अपने पंजियां दे विच लैके उतां उड़ जांदा है ते अपने मीर शिकारियां दा दिल परचार रिहा ए जुल्म करके। हुण प्यारिओ इधरों गुरु हरगोबिंद साहब महाराज अपने नाल गुरसिखां नूं लैके आ रहे ने। तुरिया जांदियां दाता जी ने एकदम घोड़े दीयां लगामां खिच के घोड़े नूं रोक लिया ते आकाश बल्ले देखण लग पए।
लागे खलोता भाई बिधि चंद कहन लगा सच्चे पातशाह एकदम घोड़ा क्यों रोक दिता। सतगुरु जी आकाश दे बल की देख रहे हो। महाराज कहंदे बिधि चंद जी मैं अपने देश दी तस्वीर देख रहे हैं, मैं अपने देश दा नक्शा देख रहा भारत देश दा। सच्चे पातशाह नक्शा भारत दा ते ओ आकाश दे विच। कहन लगे हाँ बिधि चंद आओ देख आकाश दे विच ओ जेड़ा बाज है ਇਹਦੇ ਵਿੱਚ ਇਸ ਦੇਸ਼ ਦੇ ਬਾਦਸ਼ਾਹ ਸ਼ਾਹਜਹਾਨ ਦੀ ਜ਼ਾਲਮ ਰੂਹ ਹੈ ਤੇ ਉਹ ਜਿਹੜਾ ਸੁਰਖਾਬ ਉਹਦੇ ਹੱਥੋਂ ਖੋਇਆ ਜਾ ਰਿਹਾ ਹੈ। ਇਹ ਮੇਰੇ ਦੇਸ਼ ਦੀ ਮਜਲੂਮ ਜਨਤਾ ਹੈ, ਮੇਰੇ ਕੋਲੋਂ ਇਹ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇ ਬਰਾਬਰਦਿਆਂ ਦੇ ਵਿੱਚ ਟੱਕਰ ਹੋਵੇ ਤਾਂ ਕੋਈ ਗਿਲਾ ਨਹੀਂ, ਕੋਈ ਰੋਸ ਨਹੀਂ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਪਰ ਜੇ ਇਸ ਦੇ ਉਲਟ ਹੋ ਜਾਵੇ ਸਕਤਾ ਸੀ ਮਾਰੇ ਪੈ ਵੱਗੇ ਖਸਮੇ ਸਾਹ ਪਰਸਾਈ ਤਾਂ ਫਿਰ ਮੇਰਾ ਦਿਲ ਇਸ ਨੂੰ ਸਹਾਰ ਨਹੀਂ ਸਕਦਾ। ਸੱਚੇ ਪਾਤਸ਼ਾਹ ਹੁਣ ਕੀ ਕੀਤਾ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਵਕਤ ਆਪਣੇ ਹੱਥ ਦੇ ਉੱਤੇ ਬੈਠੇ ਬਾਜ ਦੀ ਡੋਰ ਕੀਤੀ ਢਿੱਲੀ। ਪਿਆਰ ਵਾਲਿਓ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਬਾਜ ਆਕਾਸ਼ ਵਿੱਚ ਗਿਆ। ਹੁਣ ਪਿਆਰ ਵਾਲਿਓ ਦੇਖਣ ਵਾਲੇ ਕਹਿ ਰਹੇ ਸਨ ਕਿ ਇਹ ਜਿਹੜਾ ਸ਼ਾਹਜਹਾਨ ਦਾ ਬਾਜ ਹੈ ਉਹਦੇ ਤੋਂ ਪਹਿਲਾਂ ਸੁਰਖਾਬ ਦਾ ਸ਼ਿਕਾਰ ਕਰ ਲਵੇਗਾ, ਪਰ ਹੋਇਆ ਬਿਲਕੁਲ ਇਸ ਦੇ ਉਲਟ। ਹੁਣ उसने जाके शाहजहान दे बाज उत्ते झपट मारी, ओदे कोलों सुरखाब दी जान ते बच गई, पर हुण दोनां बाजां दी आपस दे विच टक्कर शुरू हो गई। हुण जेड़ा मुगलां दा बाज सी ओदे पिछे ते केवल बाजां दी नस्ल है, पर धन गुरु हरगोबिंद साहिब महाराज सच्चे पातशाह तिन्हां दे बाज दे विच सतगुरु जी दा मेरा भरिया हथ ओदे सिर उत्ते है। ओने प्यार वालिओ जोर दी ओदे ते हमला कीता, ओनू जख्मी करके धरती ते सिट दिता। फर फरांदे परां दे नाल ਉਹ ਬਾਜ ਧਰਤੀ ਤੇ ਡਿੱਗਾ। ਦੌੜ ਕੇ ਭਾਈ ਬਿਧੀ ਚੰਦ ਭਾਈ ਪੈਂਦੇ ਖਾਂ ਵਰਗਿਆਂ ਨੇ ਉਹ ਬਾਜ ਚੁੱਕ ਲਿਆ। ਇੰਨੇ ਚਿਰ ਨੂੰ ਪਿਆਰ ਵਾਲਿਓ ਗਰਮੀ ਦਾ ਮੌਸਮ ਸੀ, ਸ਼ਾਹਜਹਾਨ ਗਰਮੀ ਨਾ ਸਹਾਰਦਾ ਹੋਇਆ ਵਾਪਸ ਲਾਹੌਰ ਜਾ ਚੁੱਕਾ ਤੇ ਉਹਦੇ ਮੀਰ ਸ਼ਿਕਾਰੀ ਬਾਜ ਦੀ ਭਾਲ ਦੇ ਵਿੱਚ ਆ ਗਏ ਨੇ ਜਿੱਥੇ ਸਿੱਖ ਖਲੋਤੇ ਐ। ਸਿੱਖਾਂ ਕੋਲ ਬਾਜ ਦੇਖ ਕੇ ਕਹਿਣ ਲੱਗੇ ਇਹ ਬਾਜ ਸਾਡਾ ਹੈ, ਤੁਸੀਂ ਕਿਹਨੂੰ ਪੁੱਛ ਕੇ ਇਹ ਬਾਜ ਫੜਿਆ। ਤੇ ਨਾਲੇ ਦੂਸਰੀ ਗੱਲ ਇਹ ਸਰਕਾਰ ਦੀ ਨਿਯੁਕਤ ਕੀਤੀ ਮੁਸਲਮਾਨਾਂ ਵਾਸਤੇ ਸ਼ਿਕਾਰਗਾਹ ਹੈ, ਇੱਥੇ ਤੁਸੀਂ ਕਿਹਨੂੰ ਪੁੱਛ ਕੇ ਆਏ ਹੋ। ਬਾਬਾ ਬਿਧੀ ਚੰਦ ਹੱਸ ਕੇ ਕਹਿਣ ਲੱਗੇ ਕਿ ਭਲਿਓ ਰਹੀ ਗੱਲ ਬਾਜ ਦੀ, ਅਸੀਂ ਤੁਹਾਨੂੰ ਇੱਥੇ ਪੁੱਛਦੇ ਆਂ ਬਈ ਇਹ ਦੇਸ਼ ਸਾਡਾ ਹੈ, ਇਹ ਧਰਤ ਸਾਡੀ ਹੈ, ਤੁਸੀਂ ਕਿਹਦੇ ਹੁਕਮ ਦੇ ਨਾਲ ਇੱਥੇ ਆਏ ਹੋ। ਇਸ ਵਾਸਤੇ ਪਿਆਰਿਓ ਉਹ ਅੱਗੋਂ ਕਹਿਣ ਲੱਗੇ ਨੇ ਕਿ ਤੁਸੀਂ ਸਾਨੂੰ ਜਾਣਦੇ ਨਹੀਂ, ਅਸੀਂ ਭਾਰਤ ਦੇ ਬਾਦਸ਼ਾਹ ਸ਼ਾਹਜਹਾਨ ਦੇ ਕਰਮਚਾਰੀ ਆ। ਇਸ ਵਾਸਤੇ ਬੰਦਿਆਂ ਦੀ ਤਰ੍ਹਾਂ ਬਾਜ ਮੋੜ ਦਿਓ, ਜੇ ਬਾਜ ਨਾ ਮੋੜਿਆ ਤਾਂ ਫਿਰ ਸਾਨੂੰ ਦੂਜੀ ਤਰ੍ਹਾਂ ਲੈਣਾ ਆਉਂਦਾ ਹੈ। ਬਾਬੀ ਬਿਧੀ ਚੰਦ ਜੀ ਕਹਿਣ ਲੱਗੇ ਕਿ ਭਲਿਓ ਇਸ ਤਰ੍ਹਾਂ ਗੱਲ ਨਹੀਂ ਬਣਨੀ, ਬਾਜ ਸਾਡੇ ਬਾਜ ਨੇ ਸ਼ਿਕਾਰ ਕੀਤਾ ਹੈ, ਅਸੀਂ ਬਾਜ ਫੜ ਲਿਆ, ਹੁਣ ਇਹਦੇ ਤੇ ਸ਼ਿਕਾਰੀਆਂ ਦੇ ਅਸੂਲ ਮੁਤਾਬਕ ਸਾਡਾ ਹੱਕ ਬਣਦਾ ਹੈ, ਇਸ ਵਾਸਤੇ ਅਸੀਂ ਬਾਜ ਨਹੀਂ ਦੇ ਸਕਦੇ। ਬਾਕੀ ਰਹੀ ਗੱਲ ਜਿਹੜੇ ਬਾਦਸ਼ਾਹ ਦੇ ਤੁਸੀਂ ਡਰਾਵੇ ਧਮਕਾਵੇ ਦੇ ਰਹੇ ਹੋ ਨਾ, ਉਸ ਬਾਦਸ਼ਾਹ ਨੂੰ ਅਸੀਂ ਕੁਝ ਮੰਨਦੇ ਨਹੀਂ, ਕਿਉਂਕਿ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਪੜਾਇਆ ਹੈ ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਅਸੀਂ ਸੱਚੇ ਪਾਤਸ਼ਾਹ ਦੇ ਹੁੰਦੇ ਹੋਏ ਕਿਸੇ ਝੂਠੇ ਬਾਦਸ਼ਾਹ ਦਾ ਜਿਹੜਾ ਭੈ ਆਪਣੇ ਦਿਲ ਦੇ ਵਿੱਚ ਰੱਖਦੇ ਨਹੀਂ। ਹੁਣ ਪਿਆਰ ਵਾਲਿਓ ਉਹ ਕਹਿੰਦੇ ਨੇ ਬਾਜ ਮੋੜ ਦਿਓ, ਸਿੱਖ ਕਹਿੰਦੇ ਬਾਜ ਨਹੀਂ ਦੇਣਾ। ਇਸੇ ਗੱਲ ਤੋਂ ਝੜਪ ਹੋ ਗਈ। ਬਾਬਾ ਬਿਧੀ ਚੰਦ ਵਰਗੇ ਸੂਰਮੇ ਜਿਵੇਂ ਉਹਨਾਂ ਮੁਗਲ ਕਰਮਚਾਰੀਆਂ ਨੂੰ ਪਿਆਰ ਵਾਲਿਓ ਖਰੀਆਂ ਸੁਣਾ ਰਹੇ ਨੇ ਕਿ ਭਲਿਓ ਅੱਜ ਤੁਹਾਡਾ ਬਾਜ ਅਸੀਂ ਖੋਇਆ, ਅੱਜ ਤੁਹਾਡਾ ਬਾਜ ਸਾਡੇ ਕਬਜ਼ੇ ਦੇ ਵਿੱਚ ਆਇਆ। ਉਹ ਦਿਨ ਦੂਰ ਨਹੀਂ ਜਿਸ ਦਿਨ ਆਪਣੇ ਦੇਸ਼ ਦੇ ਵਿੱਚੋਂ ਤੁਹਾਨੂੰ ਕੱਢ ਕੇ ਅਸੀਂ ਆਪਣਾ ਰਾਜ ਕਾਇਮ ਕਰਕੇ ਤੁਹਾਡੇ ਸਿਰ ਦਾ ਤਾਜ ਤੇ ਰਾਜ ਵੀ ਖੋ ਲਵਾਂਗੇ। ਜਿਵੇਂ ਬਾਬਾ ਬਿਧੀ ਚੰਦ ਖਰੀਆਂ ਉਹਨਾਂ ਮੁਗਲ ਪਠਾਣਾ ਨੂੰ ਸੁਣਾ ਰਿਹਾ ਹੈ, ਉਸ ਵੇਲੇ ਦਾ ਖੁਲਾਸਾ ਢਾਡੀ ਜਥਾ ਇਹਨਾਂ ਸ਼ਬਦਾਂ ਰਾਹੀਂ ਹੈ। ਕਿਉਂ ਕਹਿੰਦਾ oh
ਦੁੱਖੋਂ ਬੋਕਰਾਰੀਆਂ ਗਈਆਂ ਸੂਰਮਿਆਂ ਕੋਲੋਂ ਨਾ ਸਹਾਰੀਆਂ ਗਈਆਂ ਸੂਰਮਿਆਂ ਕੋਲੋਂ ਨਾ ਸਹਾਰੀਆਂ ਤਾਂ ਮੋੜ ਕੇ ਜਵਾਨ ਲੋਭ ਮਾਰੋ ਨਾ ਜਨਾਬ ਸਾਨੂੰ ਨਹੀਂ ਤਾਂ ਪਛਤਾਉਣਾ ਅੱਜ ਇੱਕ ਬਾਜ ਫੜਿਆ ਰਾਜਵੀਰ ਸਾਡਾ ਸਿੱਖੋਣਾ ਅੱਜ ਇੱਕ ਬਾਜ ਫੜਿਆ ਸਾਡੇ ਸਬਰੀ ਦਾ ਟੁੱਟ ਚੁੱਕਾ ਬੰਦ ਹੈ ਹਰ ਲੁੱਟਿਆ ਤੁਸੀਂ ਸਾਡਾ ਰਖਨ ਹੈ ਗੱਲ ਸੁਣ ਲਓ ਹਾਂ ਗੱਲ ਸੁਣ ਲਓ ਗੱਲ ਸੁਣ ਲਓ ਉਰੇ ਨੂੰ ਲਾ ਕੇ ਕੰਨ ਹੈ ਗੱਲ ਸੁਣ ਲਓ ਉਰੇ ਨੂੰ ਲਾ ਕੇ ਗੱਲ ਹੈ ਗੱਲ ਸੱਚ ਹਾਂ ਸੁਣਾਈ ਚੱਲਣੀ ਨਾ ਧੱਕੇ ਸ਼ਾਹੀ ਮਾਣੇ ਅਸੀਂ ਵੀ ਹੁਣ ਜਿਉਣਾ ਅੱਜ ਇੱਕ ਬਾਜ ਫੜਿਆ ਗੱਲ ਰਾਜਵੀਰ ਸਾਡਾ ਸਿੱਖੋਣਾ ਅੱਜ ਇੱਕ ਬਾਜ ਫੜਿਆ ਮੁੜ ਜਾਓ ਖੰਡ ਜਾਨ ਜੇ ਪਿਆਰੀਏ ਸਾਡੇ ਸੇਨ ਚੱਲਣੀ ਨਾ ਹੁਸ਼ਿਆਰੀਏ ਸੋਭ ਚੱਲੂ ਨਾ ਪ੍ਰੀਤ ਸਰਕਾਰੀਏ ਰੋਬ ਚੱਲੂ ਨਾ ਪ੍ਰੀਤ ਸਰਕਾਰੀਏ ਉਹ ਬਾਦਸ਼ਾਹ ਨੂੰ ਆਏ ਅੱਗੇ ਤੇ ਗਿਆ ਜਮਾਏ ਚਾਹੇ ਰੋਬ ਮਾਰ ਕੇ ਦਬਾਉਣਾ ਅੱਜ ਇੱਕ ਬਾਜ ਫੜਿਆ ਰਾਜਵੀਰ ਸਾਡਾ ਸਿੱਖੋਣਾ ਅੱਜ ਇੱਕ ਬਾਜ ਫੜਿਆ ਰਾਜਵੀਰ ਸਾਡਾ ਸਿੱਖੋਣਾ ਅੱਜ ਇੱਕ ਬਾਜ ਫੜਿਆ ਗੁਰੂ ਕੇ ਸਿੱਖ ਕਹਿ ਰਹੇ ਨੇ ਕਿ ਭਲਿਓ ਜੇ ਜਾਨ ਪਿਆਰੀ ਹੈ ਤਾਂ ਇੱਥੋਂ ਮੁੜ ਜਾਓ ਨਹੀਂ ਤੇ ਬਾਜ ਲੈਂਦੇ ਲੈਂਦੇ ਕਿਤੇ ਆਪਣੇ ਪ੍ਰਾਣ ਵੀ ਇੱਥੇ ਨਾ ਦੇ ਜਾਇਓ। ਹੁਣ ਗੁਰੂ ਕੇ ਸਿੱਖਾਂ ਦੀਆਂ ਇਹ ਗੱਲਾਂ ਸੁਣ ਕੇ ਅੱਗੋਂ ਕੁਝ ਮੀਰ ਸ਼ਿਕਾਰੀ ਬੋਲੇ ਐ ਕਹਿਣ ਲੱਗੇ ਜਿਸ ਗੁਰੂ ਦੇ ਸਿਰ ਤੇ ਤੁਸੀਂ ਆ ਉੱਡੇ ਫਿਰਦੇ ਹੋ ਨਾ ਜੇ ਤੁਸੀਂ ਅੱਜ ਬਾਜ ਨਹੀਂ ਮੋੜਦੇ ਤਾਂ ਫਿਰ ਉਸ ਗੁਰੂ ਦੇ ਸਮੇਤ ਤੁਹਾਡੇ ਅੰਮ੍ਰਿਤਸਰ ਨੂੰ ਢਾ ਕੇ ਤੁਹਾਡਾ ਅਕਾਲ ਤਖਤ ਮਿੱਟੀ ਵਿੱਚ ਮਿਲਾ ਕੇ ਅਸੀਂ ਅੰਮ੍ਰਿਤਸਰ ਬਨ ਕੇ ਲੈ ਆਵਾਂਗੇ ਸਮੇਤ ਤੁਹਾਡੇ ਤੇ ਤੁਹਾਡੇ ਨਾਲ ਤੁਹਾਡੇ ਗੁਰੂ ਨਾਲ ਉਹੀ ਕੁਝ ਕਰਾਂਗੇ ਜੋ ਤੁਹਾਡੇ ਵੱਡੇ ਗੁਰੂ ਦੇ ਨਾਲ ਲਾਹੌਰ ਦੀ ਧਰਤੀ ਤੇ ਬਾਦਸ਼ਾਹ ਜਹਾਂਗੀਰ ਨੇ ਕੀਤਾ ਸੀ। ਹੁਣ ਸਿੱਖ ਤੇ ਪਿਆਰ ਦੇ ਨਾਲ ਸਮਝਾ ਰਹੇ ਸਨ ਕਿ ਭਲਿਓ ਇੱਕ ਸ਼ਰਤ ਦੇ ਉੱਤੇ ਤੁਹਾਨੂੰ ਬਾਜ ਮੋੜ ਸਕਦੇ ਆ ਕਿ ਅਗਾਹ ਵਾਸਤੇ ਕਿਸੇ ਪੰਛੀ ਨੂੰ ਇਸ ਤਰ੍ਹਾਂ ਬਾਜ ਨੂੰ ਛੱਡ ਕੇ ਤੜਫਾਇਆ ਨਾ ਜਾਵੇ ਪਰ ਉਹ ਅੱਗੋਂ ਗਲ ਨੂੰ ਪੈਣ ਲੱਗ ਪਏ ਤੇ ਫਿਰ ਸਿੱਖਾਂ ਨੇ ਸੁਣਾ ਦਿੱਤਾ ਕਿ ਭਲਿਓ ਜਾਓ ਜਾ ਕੇ ਲੈ ਆਇਓ ਵੱਡੇ ਸ਼ਾਹ ਜਹਾਨ ਨੂੰ ਤੁਸੀਂ ਭਾਵੇਂ ਸਾਰੀਆਂ ਫੌਜਾਂ ਚੜਾ ਕੇ ਸੱਚੇ ਪਾਤਸ਼ਾਹ ਦੇ ਹੁੰਦਿਆਂ ਅਸੀਂ ਕਿਸੇ ਤੋਂ ਘਬਰਾਉਂਦੇ ਨਹੀਂ ਕਿਸੇ ਤੋਂ ਡਰਦੇ ਨਹੀਂ। ਪਿਆਰ ਵਾਲਿਓ ਹੁਣ ਇਹ ਗੱਲਾਂ ਸੁਣੀਆਂ ਮੀਰ ਸ਼ਿਕਾਰੀਆਂ ਨੇ ਉਹਨਾਂ ਨੂੰ ਗੁੱਸਾ ਲੱਗਾ ਤੇ ਪਿਆਰ ਵਾਲਿਓ ਜਿਸ ਵੇਲੇ ਲੱਗੇ ਗੁਰੂ ਘਰ ਦੇ ਵਿਰੁੱਧ ਉਗਲ ਜਲੂਲ ਬਕਵਾਸ ਕਰਨ ਗੁਰੂ ਨਾਨਕ ਦੀ ਅਜ਼ਮਤ ਦੇ ਵਿਰੁੱਧ ਬੋਲਣ ਤਾਂ ਸਿੱਖਾਂ ਨੂੰ ਚੜ ਗਿਆ ਫਿਰ ਗੁੱਸਾ। ਉਹਨਾਂ ਨੇ ਆ ਕੇ ਵੀਰ ਰਸਤੇ ਵਿੱਚ ਭਾਈ ਬਿਧੀ ਚੰਦ ਵਰਗੀਆਂ ਭਾਈ ਪੈਂਦੇ ਖਾਂ ਵਰਗੀਆਂ ਭਾਈ ਤਲੋਕੇ ਵਰਗਿਆਂ ਨੇ ਢਾਲੇ ਫੜ ਕੇ ਮੀਰ ਸ਼ਿਕਾਰੀ ਦੇ ਜੱਥੇ ਪੈਂਦੀ ਪੈਣ ਦੇ ਨਿਹੰਗ ਸਿੰਘਾਂ ਦੇ ਬਾਟੇ ਦੇ ਵਾਂਗੂ ਮਾਂਜ ਕੇ ਰੱਖ ਦਿੱਤੇ ਤੇ ਪਿਆਰ ਵਾਲਿਓ ਹੁਣ ਉਹ ਗਏ ਨੇ ਵਾਪਸ ਤੇ ਸਿੱਖ ਆ ਕੇ ਗੁਰੂ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆ ਦੇਖੋ ਮੁਗਲਿਆ ਹਕੂਮਤ ਦੇ ਜਿਹੜੇ ਮੀਰ ਸ਼ਿਕਾਰੀ ਸਨ ਉਹਨਾਂ ਦੇ ਨਾਲ ਇਸ ਤਰ੍ਹਾਂ ਸਾਡੀ ਝੜਪ ਹੋਈ ਇਸ ਤਰ੍ਹਾਂ ਉਹਨਾਂ ਨੇ ਗੁਰੂ ਘਰ ਦੀ ਅਜ਼ਮਤ ਦੇ ਵਿਰੁੱਧ ਬੋਲਿਆ ਤੇ ਅਸੀਂ ਉਹਨਾਂ ਦਾ ਚਾਢਾ ਛਕਾ ਦਿੱਤਾ। ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਇੰਜ ਨਹੀਂ ਸੀ ਕਰਨਾ ਭਲਿਓ ਓਏ ਬਾਜ ਕੀ ਇੱਕ ਖੰਭਾਂ ਦੀ ਮੁੱਠ ਹੈ ਇਹਦੇ ਬਦਲੇ ਆਪਾਂ ਉਹਨਾਂ ਦੇ ਨਾਲ ਜੰਗ ਛੇੜ ਕੇ ਕੀ ਕਰਨਾ ਹੈ। ਜੇਕਰ ਦੁਨੀਆ ਦੇ ਲੋਕਾਂ ਦੇ ਵਿੱਚ ਇਹ ਗੱਲਾਂ ਫੈਲੀਆਂ ਤੇ ਲੋਕਾਂ ਨੇ ਕਹਿਣਾ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਾਜ ਦੇ ਬਦਲੇ ਜੰਗ ਛੇੜ ਲਈ ਤੇ ਲੱਖਾਂ ਮਾਵਾਂ ਦੇ ਪੁੱਤ ਮਰਵਾ ਦਿੱਤੇ ਇਸ ਵਾਸਤੇ ਭਲਿਓ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਿੱਖ ਕਹਿਣ ਲੱਗੇ ਮਹਾਰਾਜ ਨਹੀਂ ਅਸੀਂ ਤੇ ਉਹਨਾਂ ਨੂੰ ਕਿਹਾ ਸੀ ਕਿ ਪਿਆਰ ਦੇ ਨਾਲ ਮੰਗਦੇ ਹੋ ਤਾਂ ਦੇ ਦਿੰਨੇ ਆ ਇੱਕ ਸਾਡੀ ਸ਼ਰਤ ਹੈ ਕਿ ਅਗਾਹ ਵਾਸਤੇ ਇਸ ਤਰ੍ਹਾਂ ਜ਼ੁਲਮ ਕਰਨ ਵਾਸਤੇ ਆਪਣੇ ਬਾਜ ਨੂੰ ਨਾ ਜੇ ਛੱਡਿਓ ਪਰ ਉਹ ਅੱਗਿਓਂ ਗਲ ਨੂੰ ਪੈ ਗਏ ਤੇ ਫਿਰ ਅਸੀਂ ਚਾਢਾ ਛਕਾ ਦਿੱਤਾ। ਉਹ ਕਹਿੰਦੇ ਅਸੀਂ ਸ਼ਾਹ ਜਹਾਨ ਨੂੰ ਲਿਆ ਕੇ ਤੁਹਾਡਾ ਗੁਰੂ ਘਰ ਢਾ ਕੇ ਤੁਹਾਨੂੰ ਸਮੇਤ ਗੁਰੂ ਤੇ ਬੰਨ ਕੇ ਲੈ ਜਾਵਾਂਗੇ। ਸੱਚੇ ਪਾਤਸ਼ਾਹ ਕਹਿੰਦੇ ਜੇ ਇਹ ਗੱਲ ਹੈ ਨਾ
ਫਿਰ ਬਾਜ ਵਾਕਿਆ ਨਹੀਂ ਸੀ ਮੋੜਨਾ ਚਾਹੀਦਾ। ਇਹ ਬਾਜ ਹੁਣ ਅਣਖ ਦਾ ਪ੍ਰਤੀਕ ਬਣ ਚੁੱਕਾ ਹੈ। ਇਹ ਬਾਜ ਉਹਨਾਂ ਨੂੰ ਨਹੀਂ ਮੋੜਾਂਗੇ। ਹਮਨੇ ਬਾਜ ਨਾ ਉनको ਦੇਣਾ, ਤਾਜ ਰਾਜ ਸਭ ਉਨਕਾ ਲੈਣਾ। ਹੁਣ ਤੇ ਉਹਨਾਂ ਦਾ ਤਾਜ ਵੀ ਲੈ ਕੇ ਹਟਾਂਗੇ। ਪਿਆਰ ਵਾਲੇ ਹੁਣ ਗੱਲ ਤੇ ਕੇਵਲ ਇੱਕ ਬਾਜ ਦੀ ਸੀ ਨਾ, ਬਾਜ ਤੋਂ ਲੜਾਈ ਦਾ ਮੁੱਢ ਵੱਜ ਗਿਆ। ਹੁਣ ਬਾਜ ਜੇਕਰ ਪਾਤਸ਼ਾਹ ਉਦੋਂ ਦੇ ਦਿੰਦੇ ਤਾਂ ਪਿਆਰ ਵਾਲਿਓ ਜਿਹੜਾ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਦੇ ਉੱਤੇ ਤਾਜ ਸਜਿਆ ਨਾ, ਸ਼ਾਇਦ ਉਹ ਤਾਜ ਨਾ ਸਜਦਾ। ਉਹਨੂੰ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਹੋਣ ਦਾ ਮਾਣ ਪ੍ਰਾਪਤ ਨਾ ਹੁੰਦਾ ਜੇ ਪਾਤਸ਼ਾਹ ਉਦੋਂ ਬਾਜ ਮੋੜ ਦਿੰਦੇ। ਪਿਆਰ ਵਾਲਿਓ ਸਿੱਖ ਹੋਰ ਵੱਡੇ ਵੱਡੇ ਵੀਰਤਾ ਵਾਲੇ ਪਿਆਰ ਵਾਲਿਓ ਇਤਿਹਾਸ ਦੇ ਵਿੱਚ ਆਪਣਾ ਨਾਂ ਨਾ ਲਿਖਾ ਕੇ ਜਾਂਦੇ ਜੇ ਪਾਤਸ਼ਾਹ ਉਦੋਂ ਬਾਜ ਮੋੜ ਦਿੰਦੇ। ਪੰਜਾਬੀਆਂ ਦਾ ਬਾਦਸ਼ਾਹ ਬਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਨਾ ਬੈਂਦਾ ਜੇ ਸਤਿਗੁਰ ਸੱਚੇ ਪਾਤਸ਼ਾਹ ਬਾਜ ਮੋੜ ਦਿੰਦੇ। ਇਹ ਬਾਜ ਦੀ ਗੱਲ ਨਹੀਂ, ਬਾਜ ਤੇ ਹੁਣ ਅਣਖ ਦਾ ਪ੍ਰਤੀਕ ਬਣ ਚੁੱਕਾ ਹੈ। ਹੁਣ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਿਆਰ ਵਾਲਿਓ ਬਾਜ ਮੋੜਿਆ ਨਹੀਂ, ਕਹਿਣ ਲੱਗੇ ਆਉਣ ਦਿਓ ਚੜ ਕੇ ਸਿੱਖੋ, ਆਪਾਂ ਉਹਨਾਂ ਦਾ ਮੁਕਾਬਲਾ ਕਰਾਂਗੇ। ਹੁਣ ਪਿਆਰਿਓ ਦੇਖੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਦੋਂ ਬਾਜ ਨਹੀਂ ਦਿੱਤਾ। ਬਾਅਦ ਵਿੱਚ ਸਿੱਖਾਂ ਦੇ ਸਿਰਾਂ ਦੇ ਉੱਤੇ ਤਾਜ ਟਿਕੇ ਕਿਉਂਕਿ ਉਹਨਾਂ ਦੇ ਵਿੱਚ ਇਹ ਯੋਗਤਾ ਸੀ ਤਾਜ ਦੀ। ਤੇ ਉਹਨਾਂ ਨੇ ਫਿਰ ਹਲੇਮੀ ਰਾਜ ਇਸ ਧਰਤੀ ਦੇ ਉੱਤੇ ਪੈਦਾ ਕੀਤਾ ਜਿੱਥੇ ਬੜਾ ਜ਼ੁਲਮਾਂ ਦਾ ਘੋਰ ਅਨਿਆਂ ਹੋ ਰਿਹਾ ਸੀ ਇਸ ਧਰਤੀ ਤੇ ਬਾਜ। ਪਰ ਅੱਜ ਅਸੀਂ ਕੀ ਦੇਖਦੇ ਹਾਂ, ਇੱਕ ਪਾਰਟੀ ਤੋਂ ਅਸੀਂ ਪਿਆਰ ਵਾਲਿਓ ਦੁਖੀ ਹੋ ਜਾਂਦੇ ਆ, ਦੂਜੀ ਨੂੰ ਜਿਤਾ ਦਿੰਦੇ ਆ, ਦੂਜੀ ਤੋਂ ਫਿਰ ਦੁਖੀ ਹੋ ਜਾਂਦੇ ਆ ਤੇ ਫਿਰ ਤੀਜੇ ਦੀ ਭਾਲ ਕਰਦੇ ਆ, ਫਿਰ ਤੀਜਾ ਕੇਜਰੀਵਾਲ ਲੱਭਣ ਦੀ ਗੱਲ ਕਰਦੇ ਆ ਹਰੇਕ ਵਾਰ। ਮੈਂ ਬੇਨਤੀ ਕਰ ਜਾਵਾਂ, ਗੱਲ ਹੁਣ ਇਹਨਾਂ ਰਾਜਨੀਤਿਕ ਲੋਕਾਂ ਵੱਲ ਨਾ ਦੇਖੀਏ, ਅਸੀਂ ਆਪਣੇ ਵਿੱਚੋਂ ਪਿਆਰ ਵਾਲਿਓ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਆਗੂ ਪੈਦਾ ਕਰੀਏ। ਅਸੀਂ ਆਪਣੇ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ, ਜੱਸਾ ਸਿੰਘ ਆਹਲੂਵਾਲੀਏ ਵਰਗੇ ਪੈਦਾ ਕਰੀਏ। ਪਿਆਰ ਵਾਲਿਓ ਇਹ ਪੈਦਾ ਕਿਵੇਂ ਹੋਣਗੇ, ਜੇਕਰ ਅਸੀਂ ਆਪਣਾ ਜੀਵਨ ਬਣਾਵਾਂਗੇ, ਸਾਡੀਆਂ ਮਾਤਾਵਾਂ ਭੈਣਾਂ ਆਪਣਾ ਜੀਵਨ ਬਣਾਉਣਗੀਆਂ ਤੇ ਫਿਰ ਬੱਚੇ ਵਾਕਿਆ ਹੀ ਐਸਾ ਉਹਨਾਂ ਦਾ ਜੀਵਨ ਹੋਵੇਗਾ। ਕਿਉਂਕਿ ਬਾਬਾ ਜੱਸਾ ਸਿੰਘ ਆਹਲੂਵਾਲੀਏ ਦਾ ਜੀਵਨ ਪੜ੍ਹ ਕੇ ਦੇਖਿਓ ਪਿਆਰਿਓ, ਉਹਦੀ ਮਾਤਾ ਇਤਿਹਾਸਕਾਰ ਲਿਖਦੇ ਆ ਜਦੋਂ ਸੁੱਤੀ ਵੀ ਹੁੰਦੀ ਸੀ ਨਾ, ਆਰਾਮ ਕਰਦੀ ਹੁੰਦੀ ਸੀ, ਉਹਦੇ ਬੁੱਲ ਫਰਕਦੇ ਹੁੰਦੇ ਸੀ ਗੁਰਬਾਣੀ ਪੜ੍ਹਦਿਆਂ। ਉਹ ਦਤਾਰਾ ਵਜਾ ਕੇ ਕੀਰਤਨ ਕਰਦੀ ਸੀ, ਆਸਾ ਦੀ ਵਾਰ ਦਾ ਕੀਰਤਨ ਕਰਦੀ ਸੀ। ਪਰ ਅੱਜ ਸਾਨੂੰ ਸਾਸ ਵੀ ਕਭੀ ਬਹੂ ਥੀ ਐਸੇ ਨਾਟਕ ਦੇਖਣ ਤੋਂ ਵਿਹਲ ਹੀ ਨਹੀਂ ਹੈ। ਜਾਂ ਪਿਆਰ ਵਾਲੇ ਹੋਰ ਕੰਮ ਚੱਲ ਪਿਆ ਰੀਲਾਂ ਬਣਾਉਣ ਵਾਲਾ, ਇਹਦੇ ਉੱਤੇ ਕੈਸਾ ਊਲ ਜਲੂਲ ਅੱਜ ਚੱਲ ਰਿਹਾ ਹੈ। ਇਸ ਤੋਂ ਵੀ ਦਾਤਾ ਕੰਨਾਂ ਨੂੰ ਹੱਥ ਲਗਾਵੇ ਜੈਸਾ ਸਮਾਂ ਚੱਲ ਰਿਹਾ ਹੈ। ਗੁਰੂ ਦਾਤਾ ਜੀ ਮਿਹਰ ਕਰਨ। ਹੁਣ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਸਿੱਖੋ, ਆਪਾਂ ਬਾਜ ਮੋੜਦੇ ਨਹੀਂ। ਇੱਕ ਬੇਨਤੀ ਹੋਰ ਕਰ ਜਾਵਾਂ, ਹੁਣ ਕਈ ਵਾਰੀ ਜਦੋਂ ਇਹ ਪ੍ਰਸੰਗ ਚੱਲਦੇ ਆ, ਖਾਸ ਕਰਕੇ ਆਪਾਂ ਛੇਵੇਂ ਪਾਤਸ਼ਾਹ ਦਾ ਜਾਂ ਦਸ਼ਮੇਸ਼ ਪਾਤਸ਼ਾਹ ਜੀ ਦਾ ਜ਼ਿਕਰ ਕਰੀਦਾ ਤਾਂ ਕਈ ਸਿੱਖਾਂ ਵੱਲੋਂ ਇਹ ਸਵਾਲ ਹੋ ਜਾਂਦਾ ਬਈ ਗੁਰੂ ਪਾਤਸ਼ਾਹ ਜੀ ਨੇ ਬਾਜ ਕਿਉਂ ਰੱਖਿਆ, ਬਾਜ ਰੱਖਣ ਦੀ ਕੀ ਲੋੜ ਸੀ? ਬਾਜ ਤੇ ਇੱਕ ਮਾਸ ਖਾਣ ਵਾਲਾ ਪੰਛੀ ਹੈ, ਇਹਦੇ ਨਾਲੋਂ ਪਾਤਸ਼ਾਹ ਨੇ ਹੋਰ ਪੰਛੀ ਕਿਉਂ ਨਹੀਂ ਰੱਖਿਆ? ਵਿਦਵਾਨ ਸੱਜਣ ਕਹਿੰਦੇ ਨੇ ਕਿ ਬਾਜ ਜਿਹੜਾ ਇਹਦੇ ਵਿੱਚ ਕੁਝ ਅਜਿਹੇ ਗੁਣ ਨੇ ਜਿਨ੍ਹਾਂ ਦੀ ਸਿੱਖ ਦੇ ਵਿੱਚ ਚੇਤਨਤਾ ਪੈਦਾ ਕਰਨ ਦੀ ਸਮਰੱਥਾ ਹੈ। ਉਹ ਗੁਣ ਕਿਹੜੇ ਹੈ? ਪਿਆਰ ਵਾਲਿਓ ਬਾਜ ਜਿਹੜਾ ਹੈ ਉਸ ਨੂੰ ਗੁਲਾਮੀ ਪ੍ਰਵਾਨ ਨਹੀਂ ਹੈ। ਉਹ ਕਦੇ ਪਿੰਜਰੇ ਦੇ ਵਿੱਚ ਨਹੀਂ ਪੈਂਦਾ। ਜੇ ਪਿੰਜਰੇ ਦੇ ਵਿੱਚ ਪੈ ਜਾਵੇ ਜਾਂ ਤੇ ਉਹ ਖੰਭ ਮਾਰ ਕੇ ਪਿੰਜਰਾ ਤੋੜ ਦਿੰਦਾ ਜਾਂ ਟੱਕਰਾਂ ਮਾਰ ਮਾਰ ਕੇ ਆਪ ਮਰ ਜਾਂਦਾ। ਬਾਜ ਦੇ ਜੀਵਨ ਦਾ ਹਿੱਸਾ ਨਹੀਂ ਹੈ ਗੁਲਾਮੀ ਕਿਸੇ ਦੀ ਕਰਨੀ। ਇਸੇ ਤਰ੍ਹਾਂ ਸਿੱਖ ਦਾ ਵੀ ਜੀਵਨ ਹੈ। ਸਿੱਖ ਵੀ ਹਰ ਵੇਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਰਹਿੰਦਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ ਕੇ, ਜੇ ਤੂੰ ਮੈਨੂੰ ਕਿਸੇ ਪਰਾਏ ਦੇ ਬੂਹੇ ਤੇ ਬਿਠਾਉਣਾ ਹੈ, ਕਿਸੇ ਦੂਸਰੇ ਦੀ ਗੁਲਾਮੀ ਵਾਲਾ ਜੀਵਨ ਮੈਨੂੰ ਬਖਸ਼ਿਸ਼ ਕਰਨਾ, ਇਹਦੇ ਨਾਲੋਂ ਚੰਗਾ ਮੇਰੇ ਪ੍ਰਾਣ ਕੱਢ ਲੈ, ਮੈਨੂੰ ਕਿਸੇ ਦੂਸਰੇ ਦੀ ਗੁਲਾਮੀ ਜਿਹੜੀ ਹੈ ਮਨਜ਼ੂਰ ਨਹੀਂ ਹੈ। ਇਸ ਤੋਂ ਬਾਅਦ ਵਿੱਚ ਅਗਲਾ ਗੁਣ ਕਿਹੜਾ ਹੈ? ਬਾਜ ਹਮੇਸ਼ਾ ਆਪਣਾ ਸ਼ਿਕਾਰ ਆਪ ਮਾਰ ਕੇ ਖਾਂਦਾ ਹੈ, ਆਪ ਆਪਣਾ ਸ਼ਿਕਾਰ ਕਰਕੇ ਖਾਂਦਾ ਹੈ। ਕਦੇ ਕਿਸੇ ਦੂਸਰੇ ਪੰਛੀ ਦਾ ਸ਼ਿਕਾਰ ਕੀਤਾ ਹੋਇਆ ਪੰਛੀ ਮਾਸ ਜਿਹੜਾ ਉਹਦਾ ਹੱਕ ਬਣਦਾ ਦੂਸਰੇ ਪੰਛੀ ਦਾ, ਉਹ ਸਿੱਖ ਕਦੇ ਧੋਖੇ ਦੇ ਨਾਲ ਜਿਹੜਾ ਬਾਜ ਹੈ ਉਹ ਨਹੀਂ ਖਾਂਦਾ। ਉਹ ਬਾਜ ਹਮੇਸ਼ਾ ਆਪਣਾ ਸ਼ਿਕਾਰ ਆਪ ਕਰਦਾ ਤੇ ਸਿੱਖ ਵਾਸਤੇ ਵੀ ਹੁਕਮ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਸਿੱਖ ਵੀ ਦਸਾਂ ਨੌਹਾਂ ਦੀ ਕਿਰਤ ਦੇ ਵਿੱਚ ਯਕੀਨ ਰੱਖਦਾ, ਕਿਸੇ ਦੂਸਰੇ ਦਾ ਹੱਕ ਮਾਰ ਕੇ ਨਹੀਂ ਖਾਂਦਾ। ਇਸ ਤੋਂ ਬਾਅਦ ਵਿੱਚ ਅਗਲਾ ਬਾਜ ਦਾ ਗੁਣ ਹੈ ਉਹ ਕਿਹੜਾ ਕਿ
ਆਪਣੇ ਜੀਵਨ ਦੇ ਵਿੱਚ ਬਾਜ ਕਦੇ ਆਲਸ ਨਹੀਂ ਆਉਣ ਦਿੰਦਾ। ਆਪਣੇ ਜੀਵਨ ਦੇ ਅੰਤਲੇ ਸਵਾਸਾਂ ਤੱਕ ਉਹ ਸੰਘਰਸ਼ ਕਰਦਾ ਹੈ ਤੇ ਆਪਣਾ ਸ਼ਿਕਾਰ ਆਪ ਮਾਰ ਕੇ ਖਾਂਦਾ ਹੈ। ਕਦੇ ਵੀ ਕਿਸੇ ਦੂਸਰੇ ਦੇ ਉੱਤੇ ਆਪਣੇ ਆਖਰੀ ਸਾਹ ਤੱਕ ਨਿਰਭਰ ਨਹੀਂ ਹੁੰਦਾ। ਇਸੇ ਤਰ੍ਹਾਂ ਸਿੱਖ ਦੇ ਜੀਵਨ ਦੇ ਵਿੱਚ ਵੀ ਆਲਸ ਨਾਮ ਦੀ ਕੋਈ ਚੀਜ਼ ਨਹੀਂ। ਆਪਾਂ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਸਿੱਖ ਦਾ ਵੀ ਜੀਵਨ ਹੈ। ਇਸ ਤੋਂ ਅਗਲੀ ਗੱਲ, ਬਾਜ ਹਮੇਸ਼ਾ ਉੱਚੀ ਥਾਂ ਤੇ ਬੈਠਦਾ ਹੈ। ਉੱਚੀ ਥਾਂ ਤੇ ਬਹਿ ਕੇ ਉਹ ਆਪਣੀ ਨਿਗਾਹ ਜਿਹੜੀ ਹੈ ਹਮੇਸ਼ਾ ਜ਼ਮੀਨ ਤੇ ਰੱਖਦਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਖ ਦਾ ਮਨ ਨੀਵਾਂ ਤੇ ਮੱਤ ਉੱਚੀ ਹੈ। ਇਸ ਤੋਂ ਅਗਲਾ ਬਾਜ ਦਾ ਗੁਣ ਹੈ ਕਿ ਵਿਰੋਧੀ ਹਵਾਵਾਂ ਦੇ ਬਲ ਨੂੰ ਹੋ ਕੇ ਉੱਡਦਾ, ਨਹੀਂ ਤੇ ਬਾਕੀ ਪੰਛੀ ਜਿਹੜੇ ਨੇ ਉਹ ਜਿੱਧਰ ਨੂੰ ਹਵਾ ਦਾ ਰੁਖ ਹੁੰਦਾ ਹੈ ਉਧਰ ਨੂੰ ਉੱਡਦੇ ਆ, ਪਰ ਬਾਜ ਉਹਨਾਂ ਤੋਂ ਵਿਰੋਧੀ ਹੋ ਕੇ ਉੱਡਦਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਿੱਖ ਦੀ ਡੈਫੀਨੇਸ਼ਨ ਦਿੰਦੇ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਬਾਜ ਦੇ ਗੁਣ ਨੇ ਜੋ ਸਿੱਖ ਦੇ ਵਿੱਚ ਚੇਤਨਤਾ ਪੈਦਾ ਕਰਦੇ ਨੇ, ਜੇਕਰ ਆਪਾਂ ਸਮਝੀਏ ਤਾਂ। ਪਿਆਰ ਵਾਲਿਓ, ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਬਾਜ ਰੱਖਿਆ ਕਰਦੇ ਸਨ। ਹੁਣ ਸਿੱਖਾਂ ਦੇ ਕੋਲੋਂ ਚਾਟਾ ਖਾ ਕੇ ਉਧਰ ਦੂਜੇ ਪਾਸੇ ਲਾਹੌਰ ਦੀ ਧਰਤੀ ਤੇ ਗਏ ਮੀਰ ਸ਼ਿਕਾਰੀ ਜਾ ਪਹੁੰਚੇ। ਲਾਹੌਰ ਦੇ ਦਰਬਾਰ ਦੇ ਵਿੱਚ ਸ਼ਾਹਜਹਾਨ ਦੇ ਸਾਹਮਣੇ ਜਾ ਕੇ ਉਹਨੂੰ ਸਾਰੀਆਂ ਸੁਣਾ ਦਿੱਤੀਆਂ। ਜਿਸ ਤਰ੍ਹਾਂ ਸਿੱਖਾਂ ਨੇ ਇਹਨਾਂ ਦੀ ਸੁੱਕ ਮਾਂਜ ਕੀਤੀ, ਉਹ ਵੀ ਸਾਰਾ ਹਾਲ ਸੁਣਾ ਦਿੱਤਾ। ਪਿਆਰ ਵਾਲਿਓ, ਸ਼ਾਹਜਹਾਨ ਨੂੰ ਅੱਗ ਲੱਗ ਉੱਠੀ ਇਹ ਗੱਲਾਂ ਸੁਣ ਕੇ। ਉਹਨੇ ਸਭ ਤੋਂ ਪਹਿਲਾਂ ਇਹਨਾਂ ਮੀਰ ਸ਼ਿਕਾਰੀਆਂ ਦੀ ਪਰੇਡ ਕੀਤੀ। ਕਹਿਣ ਲੱਗਾ, ਡੁੱਬ ਕੇ ਮਰ ਜਾਓ ਓਏ, ਐਸੀਆਂ ਸ਼ਕਲਾਂ ਲੈ ਕੇ ਮੇਰੇ ਕੋਲ ਆ ਗਏ ਹੋ ਓਏ। ਤੁਸੀਂ ਮੁਗਲਿਆ ਸਲਤਨਤ ਦੇ ਸਿਪਾਹੀ ਹੋ ਕੇ ਉਹਨਾਂ ਕੜਾ ਖਾਣੇ ਸਾਧਾਂ ਦੇ ਕੋਲੋਂ ਕੁੱਟ ਖਾ ਕੇ ਆ ਗਏ। ਆਪਣੀਆਂ ਸ਼ਕਲਾਂ ਦਿਖਾਉਣ ਤੋਂ ਪਹਿਲਾਂ ਤੁਸੀਂ ਮਰ ਕਿਉਂ ਨਾ ਗਏ? ਫਿਰ ਪਿਆਰ ਵਾਲਿਓ, ਅੱਗ ਵਿੱਚ ਲਾਲ ਹੋਏ ਨੇ। ਇਹਨੇ ਆਪਣਾ ਦਰਬਾਰ ਸਜਾਇਆ, ਸਜਾ ਕੇ ਦਰਬਾਰ ਆਪਣੇ ਜਰਨੈਲਾਂ ਨੂੰ ਕੀਤਿਆ ਇਕੱਠਿਆਂ ਕਰਕੇ, ਇਕੱਠੇ ਜਰਨੈਲਾਂ ਨੂੰ ਬਿਠਾ ਕੇ ਸਾਹਮਣੇ ਇੱਕ ਜਸ਼ੀਨੀ ਤਕਰੀਰ ਕੀਤੀ ਹੈ। ਪੰਜਾਬੀ ਦਾ ਕਵੀ ਕਹਿੰਦਾ, ਉਹ ਭਰੀ ਕਚਹਿਰੀ ਵਿੱਚ ਸ਼ਾਹ ਇੰਜ ਕਹਿੰਦਾ ਖੜਕੇ, ਓਏ ਆਕੀ ਛੇਵਾਂ ਪਾਤਸ਼ਾਹ ਨਾ ਮੈਥੋਂ ਧਰ ਕੇ, ਕੋਲੇ ਹੋ ਗਿਆ ਕਾਲਜਾ ਅੱਜ ਮੇਰਾ ਸੜਕੇ। ਉੱਠੋ ਕੋਈ ਸੂਰਮਾ ਜਾਓ ਉਸ ਵੱਲ ਚੜ ਕੇ, ਜਿਉਂਦਾ ਦਿੱਲੀ ਲਾਹੌਰ ਵਿੱਚ ਲਾਹੌਰ ਦੇ ਲੈ ਆਵੋ ਫੜ ਕੇ। ਪਿਆਰ ਵਾਲੇ, ਹੁਣ ਤਕਰੀਰ ਕੀਤੀ ਇਹਦੇ ਭਰੇ ਦਰਬਾਰ ਦੇ ਵਿੱਚੋਂ ਇੱਕ ਪਹਿਲੀ ਆਵਾਜ਼ ਦੇ ਉੱਤੇ ਜਰਨੈਲ ਉੱਠਿਆ, ਜਿਹਨੂੰ ਜ਼ਫਰ ਜੰਗ ਨਾਮ ਦਾ ਖਿਤਾਬ ਮਿਲਿਆ ਹੋਇਆ ਤੇ ਨਾਮ ਹੈ ਉਹਦਾ ਮੁਖਲਿਸ ਖਾਂ। ਇਹ ਮੁਖਲਿਸ ਖਾਂ ਉੱਠ ਕੇ ਖੜਾ ਹੋਇਆ। ਇਹ ਪਹਿਲਾ ਸਮਾਂ ਜਦੋਂ ਬਾਦਸ਼ਾਹ ਦੇ ਕਹਿਣ ਦੇ ਉੱਤੇ ਪਹਿਲੀ ਆਵਾਜ਼ ਦੇ ਉੱਤੇ ਕੋਈ ਜਰਨੈਲ ਛੇਵੇਂ ਪਾਤਸ਼ਾਹ ਦੇ ਵਿਰੁੱਧ ਚੜ ਕੇ ਜਾਣ ਵਾਸਤੇ ਉੱਠਿਆ। ਨਹੀਂ ਤੇ ਇਸ ਦੇ ਬਾਅਦ ਵਿੱਚ ਤੇ ਲਾਹਣਤਾਂ ਖਾ ਖਾ ਕੇ ਉੱਠਦੇ ਰਹੇ ਜਦੋਂ ਪਾਤਸ਼ਾਹ ਦੇ ਹੱਥ ਵੇਖੇ। ਹੁਣ ਪਿਆਰਿਓ, ਮੁਖਲਿਸ ਖਾਂ ਉੱਠ ਕੇ ਖੜਾ ਹੋਇਆ, ਆ ਕੇ ਬਾਦਸ਼ਾਹ ਦੇ ਸਾਹਮਣੇ ਕਹਿੰਦਾ ਕਿ हे ਆਲੀ ਜਾਂ, ਜੇਕਰ ਤੁਸੀਂ ਮੈਨੂੰ ਆਗਿਆ ਦਿਓ ਮੈਂ ਜਾਵਾਂਗਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਿੱਖਾਂ ਦਾ ਦਰਬਾਰ ਢਾ ਕੇ, ਉਹਨਾਂ ਦਾ ਅਕਾਲ ਤਖਤ ਮਿੱਟੀ ਦੇ ਵਿੱਚ ਮਿਲਾ ਕੇ, ਗੁਰੂ ਹਰਗੋਬਿੰਦ ਸਾਹਿਬ ਨੂੰ ਸਮੇਤ ਸਿੱਖਾਂ ਤੇ ਉਹਦੇ ਬਾਜ ਤੇ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਾਂਗਾ। ਇਹ ਗੱਲ ਸੁਣ ਕੇ ਸ਼ਾਹਜਹਾਨ ਖੁਸ਼ੀ ਵਿੱਚ ਪਿਆਰ ਵਾਲਿਓ ਝੂਮ ਉੱਠਿਆ। ਕਹਿਣ ਲੱਗਾ, ਜਾ ਮੁਖਲਿਸ ਖਾਂ, ਉਹ ਜਿੰਨੀ ਫੌਜ ਚਾਹੀਦੀ ਹੈ ਲੈ ਜਾ, ਜਿੰਨੇ ਹਥਿਆਰ ਚਾਹੀਦੇ ਨੇ ਲੈ ਜਾ, ਪਰ ਮੈਨੂੰ ਨਤੀਜਾ ਜਿਹੜਾ ਜਿੱਤ ਦੇ ਵਿੱਚ ਚਾਹੀਦਾ ਹੈ। ਲਓ ਪਿਆਰਿਓ, ਉਹਨੇ 7000 ਫੌਜ ਦੀ ਮੰਗ ਕੀਤੀ ਹੈ। ਇਸ ਦੇ ਨਾਲ ਵਧੀਆ ਤੋਂ ਵਧੀਆ ਉਹਨੇ ਹਥਿਆਰ ਲੈ ਲਏ। 7000 ਫੌਜਾਂ ਦੀ ਕਮਾਂਡ ਸੰਭਾਲ ਕੇ ਪਿਆਰ ਵਾਲਿਓ, ਬਾਦਸ਼ਾਹ ਸ਼ਾਹਜਹਾਨ ਦਾ ਲੈ ਕੇ ਥਾਪੜਾ ਇਹ ਲਾਹੌਰ ਤੋਂ ਚੜ੍ਹਾਈ ਕਰਨ ਲੱਗਿਆ। ਹੁਣ ਇਹ ਸਾਰੀ ਖਬਰ ਜਿਹੜੀ ਹੈ ਲਾਹੌਰ ਦੀਆਂ ਸਿੱਖ ਸੰਗਤਾਂ ਨੂੰ ਮਿਲ ਗਈ। ਜਦੋਂ ਉਹਨਾਂ ਨੇ ਜੰਗੀ ਕਵਾਇਦਾਂ ਦੇਖੀਆਂ, ਜੰਗੀ ਟ੍ਰੇਨਿੰਗਾਂ ਦੇਖੀਆਂ, ਫੌਜ ਦੀਆਂ ਜੰਗੀ ਤਿਆਰੀਆਂ ਦੇਖੀਆਂ, ਹੁਣ ਗੁਰੂ ਚਰਨਾਂ ਦੇ ਨਾਲ ਪ੍ਰੀਤ ਕਰਨ ਵਾਲੇ ਗੁਰਸਿੱਖ ਉਹਨਾਂ ਨੇ ਸਾਰਾ ਭੇਦ ਕੱਢਿਆ। ਇੱਕ ਚਿੱਠੀ ਲਿਖੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਲ ਤੇ ਇੱਕ ਤੇਜ਼ ਘੋੜ ਸਵਾਰ ਨੂੰ ਤਿਆਰ ਕੀਤਾ। ਉਹ ਹਮਲਾ ਕਰਨ ਤੋਂ ਪਹਿਲਾਂ ਇਹਨਾਂ ਦੇ ਰਾਤ ਵੇਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਲੰਮੇਰਾ ਸਮਾਂ ਤੈਅ ਕਰਕੇ ਜਾ ਪਹੁੰਚਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਉਹਨੇ ਸਾਰੀ ਕਹਾਣੀ ਦੱਸ ਦਿੱਤੀ ਹੈ। ਉਹ ਚਿੱਠੀ ਫੜਾ ਦਿੱਤੀ ਹੈ ਜਿਸ ਦੇ ਵਿੱਚ ਲਿਖਿਆ ਸੀ ਕਿ ਮੁਖਲਿਸ ਖਾਂ 7000 ਫੌਜਾਂ ਲੈ ਕੇ, ਭਾਰੀ ਲਾਮ ਲਸ਼ਕਰ ਲੈ ਕੇ ਉਹ ਗੁਰੂ ਦਰਬਾਰ ਉੱਤੇ ਚੜ੍ਹਾਈ ਕਰਕੇ ਆ ਰਹੇ ਹੈ। ਲਓ ਜੀ, ਹੁਣ ਗੁਰੂ ਸਾਹਿਬ ਜੀ ਦੇ ਸਾਹਮਣੇ ਜਿਸ ਵੇਲੇ ਇਹ ਖਬਰ ਆਈ, ਦਾਤਾਰ ਪਿਤਾ ਜੀ ਨੇ ਉਸੇ ਵੇਲੇ ਪਿਆਰ ਵਾਲਿਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਜਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ
के हे शब्द गुरु जीओ सिख अपने इतिहास की अपनी तवारीख की पहली जंग लड़न लगे है। सिर ते मेहर भरिया हाथ रख के सिखां दी इस जंग दे विच फतेह बख्शिश करियो। इस वास्ते हमेशा अंग संग अपने सिखां दे रह के इस तवारीख दे विच साडी जित दा जिहड़ा नाम है वो लिख दिओ। गुरु साहब जी ये अरदास करके गए अकाल तख्त साहब लगा के नगारे ते धौंसियां ते चोटां पातशाह जी ने कर लिया सिखां नूं अपने सामने इकट्ठा करके सिखां नूं इकट्ठा एक जोशीली तकरीर है।
ਜਾਊ ਵੀਰਤਾ ਰਣਪ੍ਰੀਤ ਮਾਰੀ ਪਰ ਕੀ ਜਾਊ ਵੀਰਤਾ ਰਣਪ੍ਰੀਤ ਮਾਰੀ, ਰਣਪ੍ਰੀਤ ਮਾਰੀ, ਰਣਪ੍ਰੀਤ ਮਾਰੀ ਹੋ ਅਕਾਲ ਤਖਤ ਸਾਹਿਬ ਤੇ ਕਰਕੇ ਯੋਧਿਆਂ ਨੂੰ ਇਕੱਠੇ ਛੇਵੇਂ ਪਾਤਸ਼ਾਹ ਜੋਸ਼ੀਲੀ ਤਕਰੀਰ ਕਰਨ ਲੱਗੇ ਆ। ਪਿਆਰ ਵਾਲਿਓ, ਸਮੁੱਚੀਆਂ ਸੰਗਤਾਂ ਜਿੱਥੇ ਬੜੇ ਹੀ ਪਿਆਰ ਵਿੱਚ ਭਿੱਜ ਕੇ, ਕਿਉਂਕਿ ਇੱਕ ਵਾਰ ਬੇਨਤੀ ਕੀਤੀ, ਮਾਤਾਵਾਂ ਭੈਣਾਂ ਨੇ ਵੀ ਉਸ ਨੂੰ ਮੰਨਿਆ, ਇਕਾਗਰਤਾ ਬਣਾ ਕੇ ਬੈਠੇ ਹੋ, ਜਿੱਥੇ ਪਿਆਰ ਵਿੱਚ ਭਿੱਜ ਕੇ ਆਪ ਜੀ ਗੁਰੂ ਦਾ ਇਤਿਹਾਸ ਸਰਵਣ ਕਰ ਰਹੇ ਹੋ, ਉੱਥੇ ਬਹੁਤ ਅਥਾਹ ਸਾਰਾ ਮਾਣ ਸਤਿਕਾਰ ਦੇ ਕੇ ਮਾਇਆ ਦੇ ਰੂਪ ਵਿੱਚ ਢਾਡੀ ਜਥੇ ਨੂੰ ਨਵਾਜ ਵੀ ਰਹੇ ਹੋ। ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਇਆ ਦੇ ਖੁੱਲੇ ਗੱਫੇ ਸਟੇਜ ਉੱਤੇ ਇਤਿਹਾਸ ਦਾ ਮਾਣ ਸਤਿਕਾਰ ਆ ਰਿਹਾ ਹੈ। ਸੱਚੇ ਪਾਤਸ਼ਾਹ ਦੇ ਘਰ ਦੀ ਇਹ ਵਡਿਆਈ ਹੈ, ਗੁਰੂ ਕੇ ਜਸ ਦੀ ਇਹ ਮਹਾਨਤਾ ਹੈ, ਨਹੀਂ ਤੇ ਸਾਡੀ ਕਾਬਲੀਅਤ ਇੰਨੀ ਕਿੱਥੇ ਹੈ। ਇਹ ਤੇ ਗੁਰੂ ਸਾਹਿਬ ਦਾ ਤੇ ਸੰਗਤ ਦਾ ਮਾਣ ਹੈ। ਉੱਥੇ ਪਿਆਰ ਵਾਲਿਓ, ਸੰਗਤ ਦੇ ਵਿੱਚ ਬੈਠੇ ਨੇ ਸਤਿਕਾਰਯੋਗ ਇਸ ਅਸਥਾਨ ਦੇ ਮੁੱਖ ਸੇਵਾਦਾਰ ਸਰਦਾਰ ਗੁਰਮੀਤ ਸਿੰਘ ਜੀ ਭੰਡਾਲ ਸੂਬੇਦਾਰ ਸਾਹਿਬ, ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਬੜਾ ਮਾਣ ਸਤਿਕਾਰ ਦਿੱਤਾ ਗਿਆ ਹੈ। ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਨਗਰ ਨੂਰਪੁਰ ਤੋਂ, ਉਹਨਾਂ ਨੇ ਵੀ ਪਿਆਰ ਵਾਲਿਓ, ਜਦੋਂ ਇਸ ਇਲਾਕੇ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਪ੍ਰੋਗਰਾਮ ਇੱਕ ਹੁੰਦਾ ਤੇ ਕਈ ਦਿਨ ਪਹਿਲਾਂ ਫੋਨ ਕਰਕੇ ਪੁੱਛਦੇ ਆ ਵੀ ਗੁਰਪ੍ਰੀਤ ਸਿੰਘਾ ਇਸ ਵਾਰ ਕਿਹੜਾ ਪ੍ਰਸੰਗ ਸੁਣਾਉਣਾ ਹੈ ਜਾਂ ਕੀ ਅਸੀਂ ਸੁਣਨਾ ਚਾਹੁੰਦੇ ਆ, ਤੁਸੀਂ ਉਸ ਦੀ ਤਿਆਰੀ ਕਰਕੇ ਆਇਓ। ਉੱਥੇ ਪਿਆਰ ਵਾਲਿਓ, ਸੰਗਤ ਦੇ ਵਿੱਚ ਹੋਰ ਬੜੀਆਂ ਪਿਆਰ ਵਾਲੀਆਂ ਸੰਗਤਾਂ ਬੈਠੀਆਂ, ਜਿਨ੍ਹਾਂ ਸਾਰਿਆਂ ਦੇ ਨਾਮ ਤੋਂ ਮੈਂ ਜਾਣੂ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ, ਸਾਰਿਆਂ ਦੇ ਸਿਰ ਤੇ ਆਪਣਾ ਮੇਰਾ ਪ੍ਰਿਆਤ ਰੱਖਣ। ਉੱਥੇ ਹੀ ਕੈਨੇਡਾ ਦੀ ਧਰਤੀ ਤੋਂ ਵੱਡਾ ਪਰਿਵਾਰ ਆਪਣੇ ਬੱਚਿਆਂ ਦੀ ਤੰਦਰੁਸਤੀ ਵਾਸਤੇ, ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 500 ਦਮੜਾ ਭੇਜਦੇ ਆ, ਇਤਿਹਾਸ ਦਾ ਸਤਿਕਾਰ ਕਰਦੇ ਹੋਇਆਂ। ਸੱਚੇ ਪਾਤਸ਼ਾਹ ਨਾਮ ਉਹਨਾਂ ਦੇ ਆਪ ਜਾਣਦਾ ਹੈ। ਉੱਥੇ ਹੀ ਪਿਆਰ ਵਾਲਿਓ, ਇੱਕ ਵੀਰ ਮਨਜੋਤ ਸਿੰਘ ਜੀ ਦੇ ਨਾਮ ਦੇ ਉੱਤੇ ਮਾਇਆ ਆਈ ਹੈ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮਿਹਰ ਕਰਿਓ, ਉਸ ਵੀਰ ਮਨਜੋਤ ਸਿੰਘ ਨੂੰ ਦੇ ਅਰੋਗਤਾ ਦੀ ਦਾਤ ਬਖਸ਼ਿਓ, ਤੰਦਰੁਸਤੀਆਂ ਬਖਸ਼ਿਓ। ਇਹ ਅਰਦਾਸ ਕਰਦੇ ਹੋਏ ਸਾਰੀ ਸੰਗਤ ਇੱਕ ਵਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੁਕਾਈਏ ਸੀਸ ਤੇ ਆਖੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਇੱਕ ਵਾਰੀ ਆਪੋ ਆਪਣੇ ਭਲੇ ਵਾਸਤੇ ਸਾਰੀ ਸੰਗਤ ਗੱਜ ਕੇ ਕਹਿ ਦਿਓ, ਸਤਨਾਮ ਸ੍ਰੀ ਵਾਹਿਗੁਰੂ। ਆਓ ਸਤਿਕਾਰਯੋਗ ਸਤ ਸੰਗਤ, ਹੁਣ ਸਮਾਂ ਲਗਭਗ 15 ਕੁ ਮਿੰਟ ਮੇਰੇ ਕੋਲ ਬਾਕੀ ਰਹਿ ਗਏ ਹੈ। ਇਹਦੇ ਵਿੱਚ ਆਪਾਂ ਇੱਕ ਵਾਰ ਕਹਿਣੀ ਹੈ। ਵਾਰ ਦਾ ਅਰਥ ਹੁੰਦਾ ਹੈ ਹੱਲਾ, ਤੇ ਹੱਲਾ ਜੇਕਰ ਚੜ੍ਹਦੀ ਕਲਾ ਦੇ ਨਾਲ ਕੀਤਾ ਜਾਵੇ ਤਾਂ ਹੀ ਪਿਆਰ ਵਾਲਿਓ ਕਾਮਯਾਬ ਬੰਦਾ ਹੁੰਦਾ ਹੈ, ਨਹੀਂ ਤੇ ਅਗਲਾ ਹਮਲਾ ਕਰਕੇ ਗਾਂ ਚਲਿਆ ਜਾਂਦਾ ਤੇ ਬੰਦਾ ਹੱਥ ਮਲਦਾ ਰਹਿ ਜਾਂਦਾ ਹੈ। ਇਸ ਵਾਸਤੇ ਹੁਣ ਆਪਾਂ ਵਾਰ ਕਹਿਣ ਲੱਗੇ ਹਾਂ। ਸੰਖੇਪ ਜਿਹਾ ਲੈਕਚਰ, ਕਿਉਂਕਿ ਪ੍ਰਸੰਗ ਜਿਹੜਾ ਆਪਾਂ ਆਰੰਭ ਕੀਤਾ ਸੀ ਇਹ ਕਾਫੀ ਵਿਸਤਾਰ ਮੰਗਦਾ, ਪਰ ਮੈਂ ਜ਼ਰੂਰੀ ਜਿਹੜੀਆਂ ਗੱਲਾਂ ਉਹ ਕਹਿ ਕੇ ਵਿੱਚੋਂ ਬਹੁਤ ਸਾਰੀ ਕੱਟ ਵੱਢ ਕਰਕੇ, ਬਹੁਤ ਸਾਰੇ ਛਾਲਾਂ ਮਾਰ ਕੇ ਆਪ ਜੀ ਦੇ ਸਾਹਮਣੇ ਵਾਰ ਕਹਾ ਦੇਣੀ ਹੈ। ਆਓ ਸਤਿਕਾਰਯੋਗ ਸਤ ਸੰਗਤ, ਹੁਣ ਅੱਜ ਇਸ ਵਕਤ ਮੁਖਲਿਸ ਖਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਚੜ੍ਹਾਈ ਕਰਕੇ ਆ ਰਿਹਾ ਨਾ 7000 ਫੌਜਾਂ ਲੈ ਕੇ। ਇਹੋ ਵੇਲਾ ਸੀ ਜਿਸ ਵੇਲੇ ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਬੀਬੀ ਵੀਰੋ ਜੀ ਜਿਨ੍ਹਾਂ ਦਾ ਰਿਸ਼ਤਾ ਮਾਲਵੇ ਦੀ ਧਰਤੀ ਪਿੰਡ ਮੱਲੇ ਸੋਢੀਆਂ ਦੇ ਵਿੱਚ ਭਾਈ ਧਰਮਚੰਦ ਦੇ ਸੁਪੁੱਤਰ ਬਾਬਾ ਸਾਧੂ ਜਨ ਜੀ ਦੇ ਨਾਲ ਹੋਣਾ ਨਿਯੁਕਤ ਹੋਇਆ ਸੀ, ਤੇ ਇੱਕ ਦਿਨ ਛੱਡ ਕੇ ਅਗਲੇ ਦਿਨ ਇਹ ਜੰਜ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਸੀ, ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੁਖਲਿਸ ਖਾਂ ਦੇ ਹਮਲੇ ਦੀਆਂ ਪਿਆਰ ਵਾਲਿਓ ਖਬਰਾਂ ਮਿਲ ਗਈਆਂ। ਹੁਣ ਮੁਖਲਿਸ ਖਾਂ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਵੀਰੋ ਦੇ ਵਿਆਹ ਵਾਲਾ ਦਿਨ ਹੀ ਹਮਲੇ ਵਾਸਤੇ ਕਿਉਂ ਨਿਯੁਕਤ ਕੀਤਾ? ਕਿਉਂਕਿ ਉਹਦੇ ਮਨ ਦੀ ਵਿਚਾਰ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਗੁਰਸਿੱਖ ਸੰਗਤਾਂ ਆਪਣੇ ਗੁਰੂ ਦੀ ਧੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣਗੇ। ਇਸ ਵਾਸਤੇ ਸਿੱਖਾਂ ਦਾ ਵੀ ਬਹੁਤਾ ਧਿਆਨ ਨਹੀਂ ਹੋਵੇਗਾ, ਸਿੱਖ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਣਗੇ ਤੇ ਉਹ ਜੰਗ ਤੋਂ ਅਬੇਸਲੇ ਰਹਿਣਗੇ। ਦੂਜਾ ਕਾਰਨ ਉਹਨੇ ਸੋਚਿਆ ਵੱਡੀ ਗਿਣਤੀ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਜੁੜਨਗੀਆਂ ਉਹਨਾਂ ਦਾ
ਜਿਹੜਾ ਧਿਆਨ ਹੈ ਜੁਝਾਰੂ ਸਿੱਖਾਂ ਦਾ ਉਹ ਉਹਨਾਂ ਸੰਗਤਾਂ ਨੂੰ ਬਚਾਉਣ ਵਿੱਚ ਲੱਗ ਜਾਵੇਗਾ ਤੇ ਸਾਡਾ ਕੋਈ ਬਹੁਤਾ ਮੁਕਾਬਲਾ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਤੀਜਾ ਕਾਰਨ ਕਿ ਵੱਡੀ ਗਿਣਤੀ ਦੇ ਵਿੱਚ ਆਈਆਂ ਵਿਆਹ ਦੇ ਵਿੱਚ ਸਿੱਖ ਸੰਗਤਾਂ ਦਾ ਅਸੀਂ ਕਤਲੇਆਮ ਕਰਕੇ ਗੁਰੂ ਨਾਨਕ ਦੇ ਘਰ ਨੂੰ ਹਮੇਸ਼ਾ ਵਾਸਤੇ ਘੋਰ ਦਹਿਸ਼ਤ ਦੀ ਚਾਦਰ ਵਿੱਚ ਲਪੇਟ ਕੇ ਕਲੰਕਿਤ ਕਰ ਦਿਆਂਗੇ ਤੇ ਲੋਕਾਂ ਦੇ ਵਿੱਚ ਭਰਮ ਪੈ ਜਾਵੇਗਾ ਕਿ ਗੁਰੂ ਘਰ ਜਾਣਾ ਤੇ ਮੌਤ ਦਾ ਬਰਾਬਰ ਹੈ। ਇੱਥੇ ਕੀ ਪਤਾ ਕਿਨੇ ਚੜ੍ਹਾਈ ਕਰਕੇ ਆ ਜਾਣਾ ਹੈ। ਹੁਣ ਐਸੀ ਗੰਦੀ ਕਮੀਨੀ ਸੋਚ ਰੱਖ ਕੇ ਇਸ ਮੁਖਲਿਸ ਖਾਨ ਨੇ ਅੰਮ੍ਰਿਤਸਰ ਸਾਹਿਬ ਦੇ ਉੱਤੇ 7000 ਫੌਜਾਂ ਦੀ ਕਮਾਂਡ ਕਰਦਿਆਂ ਹੋਇਆਂ ਪਿਆਰ ਵਾਲਿਓ ਚੜ੍ਹਾਈ ਕਰ ਦਿੱਤੀ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜਨ ਦਾ ਯਤਨ ਕਰੀਦਾ ਹੈ, ਪਾਤਸ਼ਾਹ ਇੱਕ ਬੜੀ ਪਿਆਰੀ ਉਦਾਹਰਨ ਦਿੰਦੇ ਹੈ। ਪਰਮਾਤਮਾ ਦੀ ਸ਼ਕਤੀ ਬਾਰੇ ਸਤਿਗੁਰ ਜੀ ਬਿਆਨ ਕਰਦੇ ਹੈ, ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਘਾ। ਇਹ ਸਾਰੇ ਜਿਹੜੇ ਪੰਛੀਆਂ ਦੇ ਨਾਮ ਗੁਰਬਾਣੀ ਵਿੱਚ ਲਿਖੇ ਮਾਸ ਖਾਣ ਵਾਲੇ ਹੈ। ਸੱਚੇ ਪਾਤਸ਼ਾਹ ਕਹਿੰਦੇ ਜੇਕਰ ਪ੍ਰਮਾਤਮਾ ਤਰੁੱਠ ਜਾਵੇ ਤੇ ਇਹਨਾਂ ਨੂੰ ਘਾਹ ਵੀ ਖਿਲਾਲ ਦਿੰਦਾ ਹੈ। ਸ਼ੀਹਾਂ ਬਾਜਾਂ ਚਰਗਾਂ ਖੂਈਆਂ ਇਹਨਾਂ ਖਵਾਲੇ ਘਾ, ਮਾਸ ਖਾਣ ਘਾਹ ਖਾਣ ਤੇ ਨਾ ਮਾਸ ਖਵਾਲੇ। ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ। ਨਦੀਆਂ ਦੇ ਵਿੱਚ ਜੇ ਪ੍ਰਮਾਤਮਾ ਚਾਵੇ ਤੇ ਟਿੱਬੇ ਵੀ ਦਿਖਾ ਸਕਦਾ ਹੈ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਕਿ ਜੇਕਰ ਪ੍ਰਮਾਤਮਾ ਤਰੁੱਠ ਜਾਵੇ, ਕਿਸੇ ਜ਼ਾਲਮ ਦਾ ਲਸ਼ਕਰ ਚੜ ਕੇ ਆ ਜਾਵੇ ਤਾਂ ਉਹਨੂੰ ਸੁਆ ਦਾ ਢੇਰ ਬਣਾ ਦਿੰਦਾ ਤੇ ਜੇ ਉਹ ਕਿਸੇ ਤੇ ਆਪਣੀ ਕਿਰਪਾ ਕਰ ਦੇਵੇ ਤਾਂ ਗਲੀਆਂ ਦੇ ਵਿੱਚ ਕੱਖਾਂ ਵਾਂਗੂ ਰੁਲਦਿਆਂ ਨੂੰ ਬਾਦਸ਼ਾਹੀਆਂ ਵੀ ਬਖਸ਼ ਦਿੰਦਾ ਹੈ। ਅੱਜ ਦੇਖੋ ਗੁਰੂ ਨਾਨਕ ਦੇ ਘਰ ਦੇ ਉੱਤੇ 7000 ਲਸ਼ਕਰ ਲੈ ਕੇ ਮੁਖਲੇ ਸਿੱਖਾਂ ਚੜ੍ਹਾਈ ਕਰਕੇ ਆ ਰਿਹਾ ਤੇ ਗੁਰੂ ਸਾਹਿਬ ਦੇ ਸਿੱਖ ਮਹਾਰਾਜ ਜੀ ਦੀ ਆਗਿਆ ਲੈ ਕੇ ਦੇਖੋ ਫਿਰ ਕਿਵੇਂ ਇਹਨਾਂ ਨੂੰ ਸਵਾਹ ਦੇ ਢੇਰ ਦੇ ਵਿੱਚ ਤਬਦੀਲ ਕਰਦੇ ਆ। ਆਓ ਕਰਮਾਂ ਵਾਲੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਤੇ ਇਕੱਠੇ ਕਰਕੇ ਗੁਰਸਿੱਖਾਂ ਨੂੰ ਆਖਿਆ, ਸਿੱਖੋ ਜਿਹੜੀ ਬਾਜ ਤੋਂ ਗੱਲ ਆਰੰਭ ਹੋਈ ਸੀ ਉਹ ਅੱਜ ਜੰਗ ਦਾ ਰੂਪ ਧਾਰਨ ਕਰ ਚੁੱਕੀ ਹੈ। ਮੁਖਲਿਸ ਖਾਨ ਸ਼ਾਹੀ ਸੈਨਾਪਤੀ ਉਹ 7000 ਫੌਜਾਂ ਦੀ ਕਮਾਂਡ ਕਰਦਾ ਹੋਇਆ ਅੰਮ੍ਰਿਤਸਰ ਦੇ ਉੱਤੇ ਚੜ੍ਹਾਈ ਕਰਕੇ ਆ ਰਿਹਾ ਹੈ। ਤੁਸੀਂ ਆਪਣੀ ਤਵਾਰੀਖ ਦੀ ਪਹਿਲੀ ਜੰਗ ਲੜਨੀ ਹੈ। ਗੁਰੂ ਨਾਨਕ ਸਾਹਿਬ ਸਹਾਈ ਹੋਣਗੇ, ਤਕੜੇ ਹੋ ਜਾਓ। ਇਸ ਵਾਸਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਸਤਿਗੁਰ ਜੀ ਦੀ ਇਹ ਗੱਲ ਸੁਣ ਕੇ ਸਿੱਖਾਂ ਨੂੰ ਧਰਮ ਜੋਧ ਦੇ ਚਾਅ ਚੜ ਗਏ। ਉਹਨਾਂ ਨੇ ਸਤ ਕਰਤਾਰ ਦੇ ਨਾਰੇ ਮਾਰ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਮੁਖਾਤਬ ਹੋ ਕੇ ਆਖਿਆ, ਸੱਚੇ ਪਾਤਸ਼ਾਹ ਇਹ ਤੇ ਮੁਖਲਿਸ ਖਾਂ ਇੱਕ ਸ਼ਾਹੀ ਜਰਨੈਲ ਹੈ। ਜੇਕਰ ਸ਼ਾਹ ਜਹਾਨ ਆਪਣੀਆਂ ਸਾਰੀਆਂ ਫੌਜਾਂ ਵੀ ਲੈ ਕੇ ਆ ਜਾਵੇ ਤੁਹਾਡਾ ਮੇਰਾ ਭਰਿਆ ਹੱਥ ਚਾਹੀਦਾ, ਅਸੀਂ ਉਹਦੀ ਵੀ ਧੌਣ ਦੇ ਉੱਤੇ ਗੋਡਾ ਧਰਨ ਰੱਖ ਸਕਦੇ ਹਾਂ। ਜੇਕਰ ਤੁਸੀਂ ਸਾਡੇ ਸਿਰ ਤੇ ਆਪਣਾ ਮੇਰਾ ਭਰਿਆ ਹੱਥ ਰੱਖੋ। ਲਓ ਜੀ, ਗੁਰੂ ਸਾਹਿਬ ਜੀ ਨੇ ਹੁਕਮ ਕਰਕੇ 25 ਗੁਰਸਿੱਖ ਭਾਈ ਮੋਹਨ ਦੀ ਕਮਾਂਡ ਹੇਠ ਜੋ ਪਾਤਸ਼ਾਹ ਨੇ 1609 ਈਸਵੀ ਦੇ ਵਿੱਚ ਸ਼ਹਿਰ ਦੀ ਹਿਫਾਜ਼ਤ ਵਾਸਤੇ ਲੋਹਗੜ੍ਹ ਨਾਮ ਦਾ ਕਿਲਾ ਉਸਾਰਿਆ ਸੀ, 25 ਗੁਰਸਿੱਖਾਂ ਨੂੰ ਉਸ ਦੇ ਵਿੱਚ ਮੋਰਚੇ ਮੱਲਣ ਦਾ ਹੁਕਮ ਦਿੱਤਾ ਹੈ। ਹੁਣ ਪਿਆਰਿਓ, ਭਾਈ ਮੋਹਨ ਦੀ ਕਮਾਂਡ ਹੇਠ 25 ਗੁਰੂ ਕੇ ਸਿੱਖ ਲੋਹਗੜ੍ਹ ਦੇ ਕਿਲੇ ਵੱਲ ਜਾਣ ਲੱਗੇ। ਵਿੱਚੋਂ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਸਤਾਖੀ ਮਾਫ, ਅਸੀਂ 25 ਜਾਣੇ ਆ, ਵੱਡੀ ਗਿਣਤੀ ਦੇ ਵਿੱਚ ਫੌਜ ਚੜ ਕੇ ਆ ਰਹੀ ਹੈ, ਵੱਡੀ ਗਿਣਤੀ ਵਿੱਚ ਉਹਨਾਂ ਕੋਲ ਦਾਰੂ ਸਿੱਕਾ ਹੈ, ਸਾਡੇ ਕੋਲ ਕਿਲਾ ਨਾ ਸਾਡੇ ਕੋਲ ਕੋਈ ਤੋਪ ਹੈ। ਸਤਿਗੁਰ ਜੀ ਉਹਦੀਆਂ ਕੰਧਾਂ ਵੀ ਕੱਚੀਆਂ ਨੇ, ਬਸ ਸਾਡੀ ਕੰਡ ਦੇ ਉੱਤੇ ਆਪ ਜੀ ਆਪਣਾ ਮੇਰਾ ਭਰਿਆ ਹੱਥ ਰੱਖੀ ਛੱਡਿਓ, ਸੱਚੇ ਪਾਤਸ਼ਾਹ ਅਸੀਂ ਉਹਨਾਂ ਦਾ ਮੁਕਾਬਲਾ ਕਰਾਂਗੇ। ਸਤਿਗੁਰ ਕਹਿਣ ਲੱਗੇ, ਗੁਰਸਿੱਖੋ ਓਏ ਪਰਵਾਹ ਨਾ ਕਰੋ ਕੱਚੀਆਂ ਕੰਧਾਂ ਦੀ, ਕਿਲਿਆਂ ਦੀਆਂ ਜਿਹੜੀਆਂ ਕੰਧਾਂ ਨੇ ਇਹ ਜੂਝਣ ਵਾਲੇ ਜੁਝਾਰੂਆਂ ਦੇ ਹੌਸਲੇ ਉੱਤੇ ਨਿਰਭਰ ਹੋਇਆ ਕਰਦੀਆਂ ਨੇ। ਜੇਕਰ ਅੰਦਰ ਜੂਝਣ ਵਾਲਿਆਂ ਦੇ ਹੌਸਲਾ ਤਕੜਾ, ਉਹਨਾਂ ਦਾ ਦਿਲ ਵੱਡਾ ਹੈ, ਤਾਂ ਫਿਰ ਜਿਹੜੀਆਂ ਰੇਤ ਦੀਆਂ ਕੰਧਾਂ ਨੇ ਉਹ ਵੀ ਲੋਹੇ ਦਾ ਕਿਲਾ ਬਣ ਜਾਂਦੀਆਂ ਨੇ। ਤੇ ਜੇ ਅੰਦਰ ਲੜਨ ਵਾਲੇ ਹੌਸਲਾ ਢਾ ਜਾਣ ਤਾਂ ਫਿਰ ਲੋਹੇ ਦੀਆਂ ਕੰਧਾਂ ਵੀ ਰੇਤ ਦੇ ਬਰਾਬਰ ਬਣ ਜਾਇਆ ਕਰਦੀਆਂ ਨੇ। ਜਾਓ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਕਿਲੇ ਦੇ ਵਿੱਚ ਉਹੀ ਜਾਓ ਜਿਹਨੂੰ ਮਰਨਾ ਪ੍ਰਵਾਨ ਹੈ। ਸਤਿਗੁਰ ਜੀ ਦੀ ਕਿਰਪਾ ਦੇ ਨਾਲ ਹਜੂਰ ਦੀਆਂ ਬਖਸ਼ਾਂ ਲੈ ਕੇ ਇਹ 25 ਗੁਰਸਿੱਖ ਲੋਹਗੜ੍ਹ ਦੇ ਕਿਲੇ ਦੇ ਵਿੱਚ ਜਾ ਪਹੁੰਚੇ ਨੇ। ਪਿਆਰ ਵਾਲਿਓ, ਜਾ ਕੇ ਮੋਰਚੇ ਮੱਲ ਲੈ। ਹੁਣ
ਅੱਧੀ ਰਾਤ ਨੂੰ ਮੁਖਲਿਸ ਖਾਨ ਨੇ ਸਾਰੇ ਪਾਸਿਓਂ ਅੰਮ੍ਰਿਤਸਰ ਸ਼ਹਿਰ ਨੂੰ ਘੇਰ ਲਿਆ ਆਪਣੀਆਂ ਫੌਜਾਂ ਦੇ ਨਾਲ। ਉਹਨੇ ਸਭ ਤੋਂ ਪਹਿਲਾਂ ਲੋਹਗੜ੍ਹ ਵਾਲੇ ਪਾਸਿਓਂ ਹਮਲਾ ਕੀਤਾ ਰਾਤ ਦੇ ਹਨੇਰੇ ਵਿੱਚ। ਅੱਗੋਂ ਸਿੱਖਾਂ ਨੇ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਕੇ ਤੀਰਾਂ ਤੇ ਗੋਲੀਆਂ ਦੀ ਝੜੀ ਲਾ ਦਿੱਤੀ ਹੈ। ਪਿਆਰ ਵਾਲਿਓ, ਗੁਰੂ ਨਾਨਕ ਦੇ ਘਰ ਦੀ ਵਡਿਆਈ ਦੇਖੋ, ਕਿਤੇ ਲੱਕੜ ਦੀਆਂ ਤੋਪਾਂ ਵੀ ਚੱਲਦੀਆਂ ਦੇਖੀਆਂ ਨਹੀਂ। ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਖੇਮ ਕਰਨ ਦੇ ਰਹਿਣ ਵਾਲੇ ਇੱਕ ਮਿਸਤਰੀ ਭਾਈ ਮੋਹਰੀ ਨੇ ਇੱਕ ਲੱਕੜ ਦੀ ਤੋਪ ਤਿਆਰ ਕੀਤੀ ਸੀ, ਜਿਹਦੇ ਵਿੱਚ ਸਿੱਖਾਂ ਨੇ ਪੱਥਰ ਦੇ ਗੋਲੇ ਭਰ ਭਰ ਕੇ ਪਿਆਰ ਵਾਲਿਓ ਚਲਾ ਦਿੱਤੇ ਤੇ ਸ਼ਾਹੀ ਫੌਜ ਦੇ ਇੱਕ ਵਾਰੀ ਕੰਨਾਂ ਨੂੰ ਹੱਥ ਲੱਗ ਗਏ। ਹੁਣ ਜੰਗ ਦਾ ਬਿਗਲ ਵੱਜਿਆ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਕੀ ਕੀਤਾ? ਪਹਿਲਾਂ ਪਾਤਸ਼ਾਹ ਨੇ ਇੱਕ ਘੋੜ ਸਵਾਰ ਭੇਜਿਆ ਮੱਲੇ ਸੋਢੀਆਂ ਪਿੰਡ ਵੱਲ ਕਿ ਜਾ ਕੇ ਭਾਈ ਧਰਮਚੰਦ ਨੂੰ ਕਹਿ ਦਿਓ ਕਿ ਆਪਣੇ ਪੁੱਤਰ ਬਾਬਾ ਸਾਧੂ ਜਨ ਦੀ ਬਰਾਤ ਅੰਮ੍ਰਿਤਸਰ ਦੀ ਥਾਂ ਦੇ ਉੱਤੇ ਹੁਣ ਝੁਬਾਲ ਭਾਈ ਲੰਗਾ ਚੌਧਰੀ ਦੇ ਹਵੇਲੀ ਦੇ ਵਿੱਚ ਲੈ ਕੇ ਪੁੱਜੇ। ਉੱਥੇ ਆਪਾਂ ਸਾਰਾ ਆਨੰਦ ਕਾਰਜ ਕਰਾਂਗੇ। ਕੁਝ ਸਿੱਖਾਂ ਦੀ ਪਾਤਸ਼ਾਹ ਨੇ ਡਿਊਟੀ ਲਗਾਈ, ਬੀਬੀ ਵੀਰੋ ਜੀ ਸਮੇਤ ਗੁਰੂ ਪਰਿਵਾਰ ਗੁਰੂ ਕੇ ਮਹਿਲਾ ਔਰ ਜਿਹੜੀਆਂ ਸਿੱਖ ਸੰਗਤਾਂ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤਾਤ ਗਿਣਤੀ ਬੱਚਿਆਂ ਬਜ਼ੁਰਗਾਂ ਦੀ ਹੈ, ਔਰਤਾਂ ਦੀ ਹੈ, ਉਹਨਾਂ ਸਾਰਿਆਂ ਨੂੰ ਕੁਝ ਸਿੱਖਾਂ ਦੀ ਹਿਫਾਜ਼ਤ ਦੇ ਵਿੱਚ ਜ਼ਰੂਰੀ ਸਮਾਨ, ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਰੂਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੱਥੀਂ ਲਿਖਵਾਈ ਹੋਈ ਬੀੜ, ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਾਲ ਲੈ ਕੇ ਇਹ ਸਿੱਖ ਝਬਾਲ ਨੂੰ ਚਾਲੇ ਪਾ ਦਿੰਦੇ ਆ। ਹੁਣ ਅਗਲਾ ਦਿਨ ਚੜ੍ਹਦਾ ਹੈ। ਅਗਲਾ ਦਿਨ ਚੜ੍ਹਨ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੰਗ ਦੇ ਵਿੱਚ ਆਉਂਦੇ ਆ। ਪਾਤਸ਼ਾਹ ਜੀ ਨੇ ਸ਼ਹਿਰ ਤੋਂ 2 ਮੀਲ ਅੱਗੇ ਪੁਤਲੀ ਘਰ ਦੇ ਕੋਲ ਪਿਪਲੀ ਸਾਹਿਬ ਦੇ ਮੈਦਾਨ ਵਿੱਚ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਹੁਕਮ ਕਰਕੇ ਉੱਥੇ ਮੋਰਚੇ ਲਗਵਾਏ ਹੋਏ ਨੇ। ਮੋਰਚੇ ਪੁੱਟ ਕੇ ਸਿੱਖ ਬੈਠੇ ਸਨ। ਸੱਚੇ ਪਾਤਸ਼ਾਹ ਵੀ ਉਹਨਾਂ ਮੋਰਚਿਆਂ ਦੇ ਵਿੱਚ ਸਿੱਖਾਂ ਦੀ ਅਗਵਾਈ ਕਰਨ ਵਾਸਤੇ ਪਹੁੰਚ ਗਏ ਨੇ। ਪਿਆਰ ਵਾਲਿਓ, ਹੁਣ ਮੁਖਲਿਸ ਖਾਂ ਵੀ ਪੂਰੀ ਖਬਰ ਪ੍ਰਾਪਤ ਕਰਕੇ ਇੱਥੇ ਆ ਪਹੁੰਚਾ। ਪਿਆਰੇ, ਹੁਣ ਦੋਵੇਂ ਦਲ ਆਮੋ ਸਾਹਮਣੇ ਹੁੰਦੇ ਨੇ। ਪੰਜਾਬੀ ਦਾ ਕਵੀ ਕਹਿੰਦਾ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਛੁੱਟੇ, ਉੱਥੇ ਤੀਰ ਤੇ ਹਾਏ ਰੱਤ ਦੇ ਚਲਿਆਂ ਚੋਂ ਛੁੱਟੇ। ਕਈ ਹਿੱਕਾਂ ਹੋਈਆਂ ਛਾਨਣੀ, ਕਈ ਮੱਥੇ ਫੁੱਟੇ, ਉੱਥੇ ਲੱਤ ਕੇ ਸੀਸ ਧੜਾ ਤੋਂ ਧੜ ਰਹਿ ਗਏ ਬੁੱਟੇ। ਜੰਗ ਹੋਣੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਕੋਲੋਂ ਆਗਿਆ ਲੈ ਕੇ ਪਿਆਰ ਵਾਲਿਓ ਭਾਈ ਭਾਨੂ ਨਾਮ ਦਾ ਗੁਰਸਿੱਖ ਸਤਿਗੁਰ ਜੀ ਦਾ ਜਰਨੈਲ ਮੈਦਾਨੇ ਜੰਗ ਦੇ ਵਿੱਚ ਆਇਆ। ਐਸੀ ਆ ਕੇ ਤੇ ਗਵਾਹੀ ਮੁਖਲਿਸ ਖਾਨ ਦੇ ਚੋਟੀ ਦੇ ਜਰਨੈਲ ਸ਼ਮਸ਼ ਖਾਨ ਨੂੰ ਪਲਾਂ ਦੇ ਵਿੱਚ ਧਰਤੀ ਤੇ ਵਿਛਾ ਦਿੱਤਾ। ਸ਼ਮਸ਼ ਖਾਨ ਨੂੰ ਮਰਦਾ ਦੇਖ ਕੇ ਇਹਦਾ ਇੱਕ ਸਾਥੀ ਅਨਵਰ ਖਾਨ ਆਪਣੇ ਸਾਰੇ ਸਿਪਾਹੀਆਂ ਨੂੰ ਇਕੱਠਿਆਂ ਕਰਕੇ ਭਾਈ ਭਾਨੂ ਦੇ ਉੱਤੇ ਹਮਲਾ ਕਰਵਾ ਦਿੰਦਾ ਹੈ। ਲੱਖਾਂ ਦੀਆਂ ਛਾਤੀਆਂ ਵਿੰਨ ਕੇ ਤੇ ਆਪਣੀ ਛਾਤੀ ਵਿੱਚ ਖਾ ਕੇ ਸੋ ਇੱਕ ਸੂਰਮਾ ਭਾਈ ਭਾਨੂ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ। ਭਾਈ ਭਾਨੂ ਪਿਆਰ ਵਾਲਿਓ ਲੜ ਕੇ ਸ਼ਹੀਦ ਹੋਣ ਵਾਲੇ ਗੁਰਸਿੱਖਾਂ ਦੇ ਵਿੱਚੋਂ ਪਹਿਲਾ ਗੁਰਸਿੱਖ ਹੈ ਜੋ ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਿਪਲੀ ਸਾਹਿਬ ਦੀ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ। ਹੁਣ ਭਾਈ ਭਾਨੂ ਦੀ ਸ਼ਹਾਦਤ ਹੋਈ, ਸਿੱਖਾਂ ਦਾ ਰੋਹ ਜਾਗਿਆ, ਅਣਖਾਂ ਟੁੰਬੀਆਂ ਗਈਆਂ। ਗੁਰੂ ਸਾਹਿਬ ਜੀ ਦੇ ਕੋਲੋਂ ਆਗਿਆ ਲੈ ਕੇ ਆ ਗਏ ਸਿੱਖ ਮੈਦਾਨ ਦੇ ਵਿੱਚ ਭਾਈ ਬਿਧੀ ਚੰਦ ਵਰਗੇ, ਭਾਈ ਤੋਤੇ ਵਰਗੇ, ਭਾਈ ਤਲੋਕੇ ਵਰਗੇ, ਭੱਟ ਕੀਰਤ ਜੀ ਵਰਗੇ ਮਹਾਪੁਰਖ, ਉਹ ਵੀ ਇਸ ਜੰਗ ਦੇ ਵਿੱਚ ਜੂਝੇ ਨੇ। ਪਿਆਰ ਵਾਲਿਓ, ਭੱਟ ਕੀਰਤ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ। ਆਪ ਜੀ ਨੂੰ ਸ਼ਾਇਦ ਪਤਾ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਇਹਦੇ ਵਿੱਚ ਜਿੱਥੇ 35-36 ਮਹਾਪੁਰਖ ਜਿਹੜੇ ਆ ਉਹ ਬਾਣੀਕਾਰ ਨੇ, ਉਹਨਾਂ ਦੇ ਵਿੱਚੋਂ 4 ਜਿਹੜੇ ਗੁਰਮੁਖ ਨੇ ਉਹ ਪਿਆਰ ਵਾਲਿਓ ਸ਼ਹੀਦ ਨੇ। 2 ਗੁਰੂ ਸਾਹਿਬਾਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ 2 ਗੁਰਸਿੱਖ ਨੇ ਭਾਈ ਕੀਰਤ ਭੱਟ ਜੀ ਤੇ ਭਾਈ ਮਥਰਾ ਜੀ। ਭਾਈ ਕੀਰਤ ਭੱਟ ਜਿਹੜੇ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਐ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੇ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਧ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਉਹ ਸੂਰਮਾ ਵੀ ਤੇਗ ਲੈ ਕੇ ਮੈਦਾਨ ਦੇ ਵਿੱਚ ਜੂਝੇ। ਹੁਣ ਪਿਆਰ ਵਾਲਿਓ, ਲੜਦਿਆਂ ਲੜਦਿਆਂ ਮੁਖਲਿਸ ਖਾਨ ਦੀ
फौज के चोटी के योधे प्यार वाले इस जंग दे विच मारे गए। भाई भानू के हथों शमश खां मारिया गया, अनवर खां मारिया गया, उत्थे भाई बिधि चंद के हथों सुल्तान बेग मारिया गया, भाई तोते के हथों बड़ी बेग मारिया गया, भाई पैंदे खां दे हके सामने आया दीदार अली। पैंदे खां पठान प्यार वाले एडा तकड़ा योधा सी, दीदार अली ये सामने आया, इको मारिया घसोन ओहदे मूंह ते प्यार वाले नाल ही उहनूं खत्म कर दिता। इसे तो इनू हंकार हो गया सी बाद विच। हुण प्यारो तकड़े तकड़े योधे मुखलिस खां दी फौज ते मारे गए ने। हुण अपनी फौज वाल देखदा कि 7000 लैके मैं लाहौर तो चढ़िया सी, अब पिछे किन्ने क बच गए ने। हुण अंदरों घबरा गया, घबराए हुए इहदे शातर दिमाग ने एक चाल चली बई गुरु नूं शायद चिट्ठी दे राही धमका के देख लिया, खौरे चित प्राप्त हो जावे। इन्हें एक चिट्ठी लिखी है, वो अपना दूत दे हथ दे के गुरु हरगोबिंद साहब महाराज वाल भेजी, जिहदे विच लिखी है कि हे गुरु हरगोबिंद साहब, लड़ाई करनी फकीरां नूं शोभदी नहीं, तुही साडा बाज फड़ के गलती कीती सी, बाज मोड़ दिओ, मुआफी मंग लो, मैं फौजां लैके लाहौर चलिया जावांगा, तुहाडी ते तुहाडे सिखां दी जान बख्शिश कर दियांगा। सच्चे पातशाह कहण लगे ने, ये चिट्ठी नूं पढ़ के उल्टा जवाब दे के दूत दे हत्थ भेजदे कहिंदे ने कि ऐ मुखलिस खां, वो चढ़ाई सजना तू साडे ते करके आया, असी तेरे ते चढ़ के नहीं आए। तू कहना कि असी गलती की, असी कोई गलती नहीं की। ओए दसो फकीर ही कहंदा जिहदी पग नूं कोई आके हथ पा लवे ते ओहदे वास्ते कफन समा के ना रखे। ओ सजना तू चढ़ के आया, मैं तैनूं कहना तू लाहौर बिल्कुल वापस ना जावी। तू मेरे कोलों मैं ना गलती की है, ना मैं तेरे कोलों माफी मंगांगा। जे तू जाना ते कल नूं मैदान दे विच आई, ओ तेरी चाड़ी हुई भाजी तलवार दी तकड़ी दे नाल तोड़ के 21 दे 51 करके सवेरे मैदान विच मोड़ांगे, फिर तू लाहौर नूं जिवें मर्जी चलिया जाई। लो प्यारो एक गल सुन के अग लग उठी उस मुखलिस खां नूं, छेड़ के घोड़ा आया मैदान दे विच, ललकारा मार के कहंदा किथे आ गुरु हरगोबिंद साहब, लियाओ मेरे सामने जेड़ा कहंदा है कि तलवार दी तकड़ी दे नाल तोड़ के न्यूंदरा वापस करांगा। लियाओ मेरे सामने कलगीधर पातशाह गुरु हरगोबिंद साहब महाराज, मीरी पीरी दे मालिक सतगुर दे कन्ना दे विच आवाज गई, महाराज सच्चे पातशाह होके घोड़े ते सवार खिच के भागा ला के अड्डी आए मैदान दे विच। मुखलिस खां दे सामने आके कहंदे मुखलिस खां आ देख सज्जणा मैं आ गया। प्यार वाले सतगुर सच्चे पातशाह दे उत्ते उन्हें अपनी बंदूक दे नाल एक गोली चलाई है, सच्चे पातशाह एदा वार बचा गए। फिर दातार जी ने अपने पत्थे चों कट के तीर चाड़ के तरकश उत्ते एक तीर चलाया, घोड़े मुखलिस खां दे दिल विच वजा, घोड़ा मर गया ते धरती ते जा डिगा। सतगुर जी आप पैदल हो गए, कहंदे मुखलिस खां तेरा घोड़ा मारिया गया। सज्जणा आ देख मैं भी इस करके पैदल हो गया, आ हुण बाकी जंग आपां बंद करवा दिंने आ मर्दां दी तरह मैदान विच जुझीए। हुण मुखलिस खां कहंदा तुसीं पहला वार करो, ते सतगुर कहंदे मुखलिस खां तू मेरे वास्ते शब्द वरतदा सी कि फकीरां वास्ते लड़ाई करनी शोभा नहीं दिंदी। ओ सज्जणा जे फकीर किसे ते पहला वार कर देवे तां ओदी फकीरी कलंकत हुंदी है। आ तू पहला वार कर, मैं तेनू एक नहीं 3 वार करन दा जिहड़ा मौका दिना है। हुण सच्चे पातशाह दा हुक्म पा के इहने प्यार वालिओ 3 वार कीते महाराज ते, अपना दो धारा खंडा म्यान विचों सूद के। पहला वार कीता सच्चे पातशाह ने ढाल ते बचाया, दूजा वार कीता पातशाह ने वो भी बचा लिया। फिर अक परखण दी देर दे नाल इन्हें तीजा वार कीता, सतगुर जी वो भी बचा के सिर तो लैके पैरां तक कंब गया। मुखलिस खां कहंदा हुण मारिया गया, रब्बा ये की बन गया। हुण सच्चे पातशाह कहण लगे मुखलिस खां अजे गल मुक्की नहीं सज्जणा, तू 3 वार कीते है, जा हुण एक मैं तेरे उत्ते करना है। ते ए बार जेड़ा है ना, मैं जा तेरियां फौजां भी सुनदियां, पिछे खलोते सिख भी सुनदे है। जे तू मेरा वार बचा गया ना सज्जणा, जा तेरी जित दा ऐलान मैं आप कर दियांगा। हुण मुखलिस खां ए गल सुन के प्यार वालिओ खुश होया, कहण लगा देख लो महाराज कहते मुकरता नहीं जाओगे, मैदान छड्ड के दौड़ता नहीं जाओगे। प्यार वाले सतगुर सच्चे पातशाह इन्नी गल सुन के मुछ नूं दिंदे आ वट, कहंदे ओ मुखलिस खां आज तक तुझे बुजदिल ही मिलते रहे हैं, आया बहादुर नजर ही नहीं, चाहे कम दिल है
कम सन है, इन बातों का तो जिक्र ही नहीं। और सामने से हट जाए तू जा मैं, अपने पिता का पिसर ही नहीं। ओए अपने प्यो दा पुत नहीं जेड़ा मैदान छड्ड के दौड़ जावे। आ कर संभाल बार। बादशाह जी ने इन्नी गल कह के सर करदा म्यान चो धूआ दुतारा खंडा ते मुखलिस खान नूं वंगार के कहा, मुखलिस खान ओ बार इंज नहीं बार है क्यों? सतगुरु अपने सामने देखे मुखलिस खानू देख के मुखलिस खानू बुरा आख्या क्यों ललकार, कहन दिल दिया रीझां दिल विच ना। दिल बेचना आकर ये दुख न पला बार, इन सुन आग लग गई खानू। लग गए पठानू अगे बढ़िया तू तलवार, तिन वार किते उसने हजूर पे। तिन वार किते उसने हजूर पे, खाली तिने टुटा हंकार, लगा भजन मदानो घोड़ा छेड़ के। लगा भजन मदानो घोड़ा छेड़ के, जंग होती और छठ विचकार, वार साडा भी तो लेंदा जाई सोनिया। वार साडा भी तो लेंदा जाई सोनिया, कहने लगे मुस्का सीधा तार, खंडा काट थान हो मेरी दादी, खंडा काट तान बोलिया तो चीरिया हो जिवें निकले साबन
ਧੜ ਮੋਢਿਆਂ ਤੋਂ ਚੀਰਿਆ ਹੋ ਜਿਵੇਂ ਨਿਕਲੇ ਸਾਬਣ ਚੋਂ ਤਾਰ ਵਾਰ ਨਾ ਪ੍ਰੀਤ ਪਾਪੀ ਮਾਰਿਆ ਇੱਕੋ ਵਾਰ ਨਾ ਪ੍ਰੀਤ ਪਾਪੀ ਮਾਰਿਆ ਹਾਂ ਮੇਰੀ ਪੀਰੀ ਵਾਲੀ ਸੱਚੀ ਸਰਕਾਰ ਜਾਵੇ ਰੱਬਾ ਜਗ ਰਹਿੰਦੀਆਂ ਮਤਾਂ ਤੇਰੀਆਂ ਜਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾਂ ਜੀ ਹਾਂ ਬਾਰਾਤਰੀਆਂ ਜਾ ਤੂੰ ਖੰਡਾ ਹਜੂਰ ਨੇ ਇੱਕ ਵਾਰ ਚਲਾਇਆ ਮੋਢਿਓ ਧਰ ਕੇ ਚੀਰਿਆ ਚ ਜੰਜੂ ਪਾਇਆ ਬਾਦਸ਼ਾਹ ਨੇ ਸਰ ਕਰਦਾ ਧੂਕੇ ਮਿਆਣ ਚੋਂ ਖੰਡਾ ਮੁਖਲਿਸ ਖਾਂ ਦੇ ਖੱਬੇ ਮੋਢੇ ਦੇ ਉੱਤੇ ਵਾਰ ਕੀਤਾ ਤੇ ਪਿਆਰ ਵਾਲਿਓ ਮੋਢੇ ਦੇ ਵਿੱਚ ਲੋਹੇ ਦਾ ਕੋਟ ਚੀਰ ਕੇ ਖੰਡਾ ਧਸਿਆ ਤੇ ਉਹਦੀ ਵੱਖੀ ਵਿੱਚ ਦੀ ਬਾਦਸ਼ਾਹ ਨੇ ਬਾਹਰ ਕੱਢ ਦਿੱਤਾ। ਜਿਸ ਤਰ੍ਹਾਂ ਪੰਡਤਾਂ ਦੇ ਜਨੇਊ ਪਾਇਆ ਦੇਖਿਆ ਹੋਵੇਗਾ ਆਪਨੇ, ਇਸ ਤਰ੍ਹਾਂ ਬਾਦਸ਼ਾਹ ਨੇ ਖੰਡੇ ਦੇ ਨਾਲ ਉਹਦਾ ਧੜ ਚੀਰ ਕੇ ਉਹਦੇ ਪੱਕਾ ਹੀ ਪਾ ਦਿੱਤਾ ਤੇ ਮੁਖਲਿਸ ਖਾ ਧਰਤੀ ਤੇ ਡਿੱਗਾ। ਉਹਦੇ ਡਿੱਗਣ ਦੀ ਦੇਰ ਸੀ। ਪਿਆਰ ਵਾਲਿਓ ਪਹਿਲੀ ਗੱਲ ਤੇ ਸਾਰੀ ਫੌਜ ਇਤਿਹਾਸਕਾਰ ਕਹਿੰਦੀ ਆ ਇਸ ਜੰਗ ਦੇ ਵਿੱਚ ਮਾਰੀ ਗਈ ਜਿਹੜੀ ਮੁਖਲਿਸ ਖਾਂ ਲਾਹੌਰੋਂ ਲੈ ਕੇ ਆਇਆ ਸੀ 7000 ਦੀ ਗਿਣਤੀ ਦੇ ਵਿੱਚ। ਜੇ ਕੋਈ ਟਾਮਾ ਬਚਿਆ ਮੁਖਲਿਸ ਖਾਂ ਦੇ ਡਿੱਗਣ ਦੀ ਦੇਰ ਸੀ ਉਹ ਵੀ ਬਚ ਗਿਆ। ਹੁਣ ਪਿਆਰ ਵਾਲਿਓ ਕੁਝ ਸਿੱਖ ਵੀ ਸ਼ਹਾਦਤਾਂ ਦੇ ਜਾਮ ਪੀ ਗਏ। ਸੱਚੇ ਪਾਤਸ਼ਾਹ ਸ਼ਹੀਦਾਂ ਦੀ ਸੰਭਾਲ ਕਰਨ ਲੱਗੇ ਨੇ। ਉੱਥੇ ਪਾਤਸ਼ਾਹ ਨੇ ਜਿਹੜੇ ਦੁਸ਼ਮਣ ਮਾਰੇ ਗਏ ਆ ਉਹਨਾਂ ਦੇ ਸਰੀਰਾਂ ਦੀ ਵੀ ਸੰਭਾਲ ਕੀਤੀ। ਸ਼ਹੀਦਾਂ ਦੀ ਸੰਭਾਲ ਕਰਦਿਆਂ ਮੇਰੇ ਪਾਤਸ਼ਾਹ ਜੀ ਲੋਹਗੜ੍ਹ ਕਿਲੇ ਦੇ ਵਿੱਚ ਚਲੇ ਗਏ। ਉੱਥੇ ਭਾਈ ਮੋਹਨ ਦੀ ਕਮਾਂਡ ਹੇਠ 25 ਸਿੱਖ ਜਿਹੜੇ ਲੜਦੇ ਸੀ ਉਹ ਵੀ ਸਾਰੇ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਹੁਣ ਪਿਆਰਿਓ ਭਾਈ ਮੋਹਨ ਤੇ ਭਾਈ ਗੋਪਾਲ ਇਹ ਦੋ ਗੁਰਸਿੱਖ ਸਿੱਖਦੇ ਸਨ। ਪਾਤਸ਼ਾਹ ਜਦੋਂ ਇਹਨਾਂ ਦੇ ਕੋਲ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਬਹਾਦਰੀ ਨੂੰ ਪ੍ਰਣਾਮ ਕਰਦਿਆਂ ਹੋਇਆ ਕਿਹਾ ਧੰਨ ਸਿੱਖੀ ਤੇ ਨਾਲ ਹੀ ਕਿਹਾ ਸਿੱਖੋ ਅੱਜ ਗੁਰੂ ਨਾਨਕ ਦਾ ਘਰ ਤੁਹਾਡੇ ਤੇ ਤਰੁੱਠਾ, ਜੇ ਕੁਝ ਮੰਗਣਾ ਚਾਹੁੰਦੇ ਹੋ ਤਾਂ ਮੰਗ ਲਵੋ। ਪਿਆਰ ਵਾਲਿਓ ਹੱਥ ਬੰਨ ਲਏ ਸਿੱਖਾਂ ਨੇ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਦੇ ਹੋਏ ਇਸ ਦੁਨੀਆ ਦੇ ਉੱਤੋਂ ਜਾ ਰਹੇ ਆ। ਜੀਵਨ ਦੇ ਵਿੱਚ ਤੁਹਾਡੀ ਸੇਵਾ ਕੀਤੀ, ਹੋਰ ਸਾਨੂੰ ਕੀ ਚਾਹੀਦਾ, ਹੋਰ ਤੇ ਚਾਹੀਦਾ ਕੁਝ ਨਹੀਂ। ਪਾਤਸ਼ਾਹ ਕਹਿੰਦੇ ਮੁਕਤੀ ਦੇ ਦਈਏ। ਕਹਿਣ ਲੱਗੇ ਪਾਤਸ਼ਾਹ ਮੁਕਤੀ ਨਹੀਂ ਚਾਹੀਦੀ, ਇੱਕ ਕਿਰਪਾ ਕਰਿਓ। ਪਾਤਸ਼ਾਹ ਕਹਿੰਦੇ ਕਿਹੜੀ? ਕਿ ਸੱਚੇ ਪਾਤਸ਼ਾਹ ਜਦੋਂ ਤੁਸੀਂ ਸੰਸਾਰ ਦੀ ਉਧਾਰ ਖਾਤਰ ਇਸ ਦੁਨੀਆ ਦੇ ਵਿੱਚ ਆਵੋਗੇ ਉਦੋਂ ਕਿਰਪਾ ਕਰਕੇ ਸਾਡੇ ਤੇ ਤਰਸ ਕਰਕੇ ਸਾਨੂੰ ਵੀ ਦੁਨੀਆ ਦੇ ਵਿੱਚ ਨਾਲ ਲੈ ਕੇ ਆਇਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਕੁਝ ਕਹਿੰਦੇ ਆਪ ਸੰਗਤਾਂ ਤੋਂ ਖਿਮਾ ਦੇ ਜਾਚਕਾਂ। ਇਹ ਸੀ ਇਤਿਹਾਸ ਦੀ ਪਹਿਲੀ ਜੰਗ ਔਰ ਛੇਵੇਂ ਪਾਤਸ਼ਾਹ ਦੇ ਜੀਵਨ ਦੀ ਵੀ ਪਹਿਲੀ ਜੰਗ। ਬੋਲਦਿਆਂ ਵਿਚਾਰਾ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰ ਜੀ ਬਖਸ਼ਣ ਯੋਗ ਨੇ, ਆਪ ਗੁਰੂ ਕੀ ਸੰਗਤ ਬਖਸ਼ਣ ਯੋਗ। ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਜਿਨ੍ਹਾਂ ਬੜਾ ਮਾਣ ਸਤਿਕਾਰ ਬਖਸ਼ਿਸ਼ ਕੀਤਾ। ਉੱਥੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਹੁਕਮ ਕਰਕੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ। ਸਾਡੇ ਸਤਿਕਾਰਯੋਗ ਅੰਕਲ ਜੀ ਸਰਦਾਰ ਗੁਰਮੀਤ ਸਿੰਘ ਜੀ ਸੂਬੇਦਾਰ, ਉਹਨਾਂ ਦੇ ਹੁਕਮ ਦੇ ਨਾਲ ਤੁਹਾਡੇ ਦਰਸ਼ਨ ਕਰ ਰਹੇ ਆ। ਉੱਥੇ ਸੰਗਤ ਦੇ ਵਿੱਚ ਸਾਡੇ ਸਤਿਕਾਰਯੋਗ ਅੰਕਲ ਗੁਰਦੀਪ ਸਿੰਘ ਜੀ ਨੂਰਪੁਰ ਤੋਂ ਆਏ, ਉਹਨਾਂ ਵੱਲੋਂ ਵੀ ਮਾਣ ਸਤਿਕਾਰ ਆਇਆ। ਹੋਰ ਬੜੀ ਸੰਗਤ ਬੈਠੀ ਹੈ, ਸਾਰਿਆਂ ਦੇ ਨਾਮ ਮੈਨੂੰ ਯਾਦ ਨਹੀਂ। ਹੋਰ ਪੱਡੇ ਬੇਟ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਨ ਆਈਦਾ। ਉੱਥੇ ਵੀ ਵੀਰ ਜੀ ਹੁਕਮ ਕਰਕੇ ਸਾਨੂੰ ਦਰਸ਼ਨ ਕਰਵਾਉਂਦੇ ਆ। ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ। ਉਹਨਾਂ ਵੱਲੋਂ ਵੀ ਬੜਾ ਮਾਣ ਸਤਿਕਾਰ ਦਾਸਰਿਆਂ ਨੂੰ ਪ੍ਰਾਪਤ ਹੋਇਆ। ਆਓ ਅਗਲਾ ਪ੍ਰੋਗਰਾਮ ਆਪ ਜੀ ਨੂੰ ਸਟੇਜ ਤੋਂ ਸਕੱਤਰ ਸਾਹਿਬ ਸਰਵਣ ਕਰਵਾਉਣਗੇ। ਦਾਸਰਿਆਂ ਨੂੰ ਖੁਸ਼ੀ ਬਖਸ਼ੋ। ਇਸ ਜਥੇ ਦੇ ਵਿੱਚ ਮੇਰੇ ਨਾਲ ਅੱਜ ਸਾਥ ਦੇ ਰਹੇ ਸਨ। ਇਸੇ ਤਰ੍ਹਾਂ ਆਪ ਸੰਗਤਾਂ ਦੇ ਚਰਨਾਂ ਵਿੱਚ ਸੇਵਾ ਕਰੀਦੀ ਹੈ। ਸੱਜੇ ਪਾਸੇ ਢੱਡ ਤੇ ਸਾਥੀ ਭਾਈ ਸਰਜੀਤ ਸਿੰਘ ਜੀ ਨਗਰ ਕੋਟ ਖੁਰਦ ਜ਼ਿਲ੍ਹਾ ਜਲੰਧਰ, ਖੱਬੇ ਪਾਸੇ ਢਾਡੀ ਸਾਥੀ ਭਾਈ ਜਗਤਾਰ ਸਿੰਘ ਜੀ ਬਸਰਾ ਨਗਰ ਮੇਲੀ ਜ਼ਿਲ੍ਹਾ ਨਵਾਂ ਸ਼ਹਿਰ, ਔਰ ਸਰੰਗੀ ਮਾਸਟਰ ਭਾਈ ਪਰਮਜੀਤ ਸਿੰਘ ਜੀ नगर सिद्धमा स्टेशन नेड़े नकोदर। और दास आप संगतां दे चरनां दी धूड़। हम रुलते फिरते कोई बात ना पूछता। गुरप्रीत सिंह खालसा पिंड परवेज नगर आप जी दे गवांढी नगर तो चल के आए हैं। एड्रैस कार्ड जथे दे छपे ने, किसी नूं जरूरत होवे मंग के लै सकदा है। समूचियां संगतां दा वीडियो वाले वीरां दा जो लाइव दिखा रहे ने, धन्नवाद। साउंड वालियां दा धन्नवाद।